सत श्री अकाल दोस्तों, वेलकम टू डोरस्टैप एजुकेशन पॉइंट। उम्मीद करदा तुसी सारे वधिया होवोगे। अज दी वीडियो विच असी मौर्य अते शुंग काल की गल करन जा रहे हैं। ये वीडियो तुहाडे PS टैट एंड सी टैट के एग्जाम लिए काफ़ी इंपॉर्टेंट है जी। वीडियो नूं शुरू करन तो पहलां जेकर तुसी अपने इस चैनल ते नवे हो, इस चैनल नूं तुसी हजे भी सबसक्राइब नहीं किया है तो प्लीज़ जिहड़ा सबसक्राइब वाला लाल वाला बटन होएगा जी उन्होंने जरूर प्रैस कर लियो ते इस दे नाल ही बैल आइकन नूं भी प्रैस कर लियो। अज दी वीडियो विच असी मौर्य अते शुंग काल की गल करन जा रहे हैं। 300 ईस्वी पूर्व तो लैके 200 ईस्वी पूर्व तक की यह सारी गल हैगी जी। आपां इहनूं समझण की कोशिश करांगे। मेरियां गल्लां नूं तुसीं बड़े ही ध्यान नाल सुनना है। जेकर तुसीं नोट्स नहीं बना सकते, इस वीडियो नूं तुसीं 2 तो लैके 3 बार भी तुसीं वेख लैंदे हो, फिर भी तुहाडी जिहड़ी अंडरस्टैंडिंग जिहड़ी हैगी है जी वो डेवलप होवेगी। शुरू करन जा रहे हैं अज दी अपनी वीडियो नूं। मौर्य अते शुंग काल की आपां गल कर रहे सीगे। 300 BC तो लैके 200 BC तक दे जिहड़ी गल हैगी आ वो आपां करांगे। पिछले पाठ विच आपां मगध बारे पढ़िया सीगा, जिहड़ा कि एक महाजनपद सीगा। ओहदा ही जिहड़ा विस्तार हैगा जी वो हुंदा रिहा। ਉਹਦੇ ਵਿਸਤਾਰ ਨਾਲ ਹੀ ਆਪਾਂ ਵੇਖਦੇ ਹਾਂ ਕਿ ਜਿਵੇਂ ਜਿਵੇਂ ਇਹਨਾਂ ਜਿਹੜੇ ਰਾਜਾ ਮਹਾਰਾਜਾ ਹੋਏ ਸੀਗੇ, ਜਿੰਨੇ ਵੀ ਵੰਸ਼ ਆਏ, ਉਹਨਾਂ ਦੇ ਵਿੱਚ ਜਿਹੜੀ ਵੀ ਡਿਵੈਲਪਮੈਂਟ ਆਈ ਉਹਦੇ ਬਾਰੇ ਹੀ ਆਪਾਂ ਪੜ੍ਹਨ ਜਾ ਰਹੇ ਹਾਂ। ਜਿਵੇਂ ਕਿ ਮੌਰਿਆਜ਼ ਐਂਡ ਸ਼ੁੰਗਾਜ਼ ਵੀ ਉਸੇ ਸੇਮ ਰਾਜ ਦੇ ਵਿੱਚ ਹੀ ਕੀ ਕਰ ਰਹੇ ਸੀਗੇ, ਰੂਲ ਕਰ ਰਹੇ ਸੀ। ਅਸੀਂ ਅਲੈਗਜ਼ੈਂਡਰ ਦੀ ਗੱਲ ਕਰਦੇ ਹਾਂ। ਅਲੈਗਜ਼ੈਂਡਰ ਇੱਕ ਗ੍ਰੀਕ ਰਾਜਾ ਸੀਗਾ। ਉਹ ਕਿੱਥੋਂ ਆਇਆ ਸੀ? ਉਹ ਆਇਆ ਸੀਗਾ ਮੈਕਡੋਨੀਆ ਤੋਂ। 326 BC ਦੇ ਵਿੱਚ ਅਲੈਗਜ਼ੈਂਡਰ ਨਾਮ ਦਾ ਜਿਹੜਾ ਪਰਸਨ ਸੀ ਇਹ ਮੈਕਡੋਨੀਆ ਤੋਂ ਆਇਆ ਸੀਗਾ। ਇਹਨੇ ਭਾਰਤ ਤੇ ਆਕਰਮਣ ਕੀਤਾ, ਹਮਲਾ ਕੀਤਾ ਤੇ ਇਹਨੇ ਕੁਝ ਰਾਜਾ ਸੀਗੇ ਭਾਰਤ ਦੇ, ਉਹਨਾਂ ਨੂੰ ਇਹਨੇ ਹਰਾ ਦਿੱਤਾ। ਪਹਿਲਾ ਜਿਹੜਾ ਰਾਜਾ ਸੀ ਜਿਹਨੂੰ ਅਲੈਗਜ਼ੈਂਡਰ ਨੇ ਹਰਾਇਆ ਸੀ ਉਹਦਾ ਨਾਮ ਸੀ ਅੰਬੀ। ਅੰਬੀ ਨਾਮ ਦਾ ਰਾਜਾ ਸੀ, ਉਹਨੂੰ ਅਲੈਗਜ਼ੈਂਡਰ ਨੇ ਹਰਾਤਾ ਸੀਗਾ। ਇਹ ਜਿਹੜਾ ਅੰਬੀ ਨਾਮ ਦਾ ਰਾਜਾ ਸੀ ਇਹ ਤਕਸ਼ਸ਼ੀਲਾ ਤੋਂ ਸੀ। ਤਕਸ਼ਸ਼ੀਲਾ ਤੇ ਇਹਦਾ ਰਾਜ ਚੱਲ ਰਿਹਾ ਸੀਗਾ, ਜਿਹੜਾ ਕਿ ਤੁਹਾਨੂੰ ਇਸਲਾਮਾਬਾਦ ਪਾਕਿਸਤਾਨ ਦੇ ਨੇੜੇ ਇਹ ਵਾਲੀ ਜਗ੍ਹਾ ਵੇਖਣ ਨੂੰ ਮਿਲਦੀ ਹੈ। ਉਸ ਤੋਂ ਬਾਅਦ ਇਸ ਅਲੈਗਜ਼ੈਂਡਰ ਨੇ ਪੋਰਸ ਨੂੰ ਹਰਾਇਆ। ਪੋਰਸ ਨੇ ਇਹਨੂੰ ਕਾਫੀ ਜ਼ਿਆਦਾ ਟਫ ਕੰਪੀਟੀਸ਼ਨ ਦਿੱਤਾ ਸੀ। ਪੋਰਸ ਨੂੰ ਹਰਾਉਣ ਤੋਂ ਬਾਅਦ ਇਹਨੂੰ ਬਿਆਸ ਦਰਿਆ ਤੋਂ ਪਿੱਛੇ ਮੁੜਨਾ ਪਿਆ ਸੀਗਾ। ਕਿਉਂ ਪਿੱਛੇ ਮੁੜਨਾ ਪਿਆ ਸੀ? ਕਿਉਂਕਿ ਪੰਜਾਬ ਦੇ ਜਿਹੜੇ ਸੈਨਿਕ ਸੀ, ਕਹਿ ਸਕਦੇ ਹਾਂ ਪੰਜਾਬ ਵੱਲੋਂ ਇਹਨੂੰ ਇੰਨਾ ਕੁ ਜ਼ਿਆਦਾ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ, ਜਿਹੜੀ ਪੰਜਾਬ ਤੋਂ ਇਹਨੂੰ ਰੈਜ਼ਿਸਟੈਂਸ ਮਿਲੀ ਸੀਗੀ, ਜਿਹਦੇ ਕਰਕੇ ਇਹਦੇ ਜਿਹੜੇ ਸੈਨਿਕ ਸੀਗੇ ਉਹ ਡਰ ਗਏ ਸੀ। ਕਿਉਂਕਿ ਉਹਦੇ ਸੈਨਿਕਾਂ ਨੇ, ਅਲੈਗਜ਼ੈਂਡਰ ਦੀ ਆਪਾਂ ਗੱਲ ਕਰ ਰਹੇ ਹਾਂ, ਅਲੈਗਜ਼ੈਂਡਰ ਦੇ ਸੈਨਿਕਾਂ ਨੇ ਬਹੁਤ ਕੁਝ ਵੇਖਿਆ ਸੀ ਰਾਹ ਦੇ ਵਿੱਚ। ਉਹ ਡਰ ਚੁੱਕੇ ਸੀਗੇ, ਬਹੁਤ ਜ਼ਿਆਦਾ ਥੱਕ ਚੁੱਕੇ ਸੀ, ਜਿਹਦੇ ਕਰਕੇ ਉਹ ਅੱਗੇ ਨਹੀਂ ਸੀ ਜਾਣਾ ਚਾਹੁੰਦੇ। ਸੋ ਅਲੈਗਜ਼ੈਂਡਰ ਐਂਡ ਅਲੈਗਜ਼ੈਂਡਰ ਦੇ ਸੈਨਿਕਾਂ ਨੂੰ ਬਿਆਸ ਦਰਿਆ ਤੋਂ ਹੀ ਇਹਨਾਂ ਨੂੰ ਪਿੱਛੇ ਮੁੜਨਾ ਪਿਆ ਸੀ। ਐਂਡ ਇੱਕ ਪੋਰਸ ਦੇ ਇੱਥੇ ਬਹੁਤ ਹੀ ਇੰਟਰਸਟਿੰਗ ਗੱਲ ਵੀ ਦੱਸੀ ਗਈ ਹੈ। ਪੋਰਸ ਨਾਮ ਦਾ ਜਿਹੜਾ ਰਾਜਾ ਸੀਗਾ, ਜਦੋਂ ਇਹਨੂੰ ਹਰਾ ਦਿੱਤਾ ਗਿਆ, ਇਹਨੂੰ ਅਲੈਗਜ਼ੈਂਡਰ ਦੇ ਸਾਹਮਣੇ ਲੈ ਕੇ ਗਏ। ਹੁਣ ਇਹਨਾਂ ਨੂੰ ਪੁੱਛਿਆ ਗਿਆ, ਅਲੈਗਜ਼ੈਂਡਰ ਨੇ ਪੋਰਸ ਨੂੰ ਪੁੱਛਿਆ ਕਿ ਦੱਸੋ ਤੁਹਾਡੇ ਨਾਲ ਕਿਹੋ ਜਿਹਾ ਟਰੀਟ ਕੀਤਾ ਜਾਵੇ, ਕਿਹੋ ਜਿਹਾ ਵਰਤਾਵ ਕੀਤਾ ਜਾਵੇ। ਤੇ ਪੋਰਸ ਨੇ ਜਵਾਬ ਦਿੱਤਾ ਸੀਗਾ ਕਿ ਜਿਸ ਤਰ੍ਹਾਂ ਇੱਕ ਰਾਜਾ ਦੂਸਰੇ ਰਾਜਾ ਨਾਲ ਕਰਦਾ ਹੈਗਾ, ਤੁਸੀਂ ਮੇਰੇ ਨਾਲ ਉਸ ਤਰ੍ਹਾਂ ਦਾ ਜਿਹੜਾ ਵਰਤਾਵ ਹੈਗਾ ਉਹ ਕਰ ਸਕਦੇ ਹੋ। ਤੇ ਅਲੈਗਜ਼ੈਂਡਰ ਜਿਹੜਾ ਸੀਗਾ ਇਹ ਗੱਲ ਸੁਣ ਕੇ ਬੜਾ ਹੀ ਇੰਪ੍ਰੈਸ ਹੋਇਆ। ਕਹਿੰਦਾ ਕਿ ਮੈਂ ਇਹ ਮੇਰੇ ਇਸ ਪਰਸਨ ਸਾਹਮਣੇ ਆ, ਪੋਰਸ ਨਾਮ ਦਾ ਜਿਹੜਾ ਪਰਸਨ ਰਾਜਾ ਹੈ ਇਹ ਮੇਰੇ ਸਾਹਮਣੇ ਆ, ਬਟ ਇਹਨੂੰ ਕੋਈ ਡਰ ਨਹੀਂ ਹੈਗਾ। ਇਹ ਫਿਰ ਵੀ ਵੇਖੋ ਕਿੰਨਾ ਮਤਲਬ ਦਲੇਰੀ ਨਾਲ ਇਹ ਗੱਲ ਕਹਿ ਰਿਹਾ, ਜਿਵੇਂ ਇੱਕ ਰਾਜਾ ਦੂਸਰੇ ਰਾਜਾ ਨਾਲ ਬਿਹੇਵ ਕਰਦਾ, ਤੁਸੀਂ ਵੀ ਮੇਰੇ ਨਾਲ ਉਸ ਤਰ੍ਹਾਂ ਹੀ ਕਰੋ। ਇਹ ਗੱਲ ਸੁਣਨ ਤੋਂ ਬਾਅਦ ਅਲੈਗਜ਼ੈਂਡਰ ਨੇ ਜਿਹੜੀ ਸਾਰੀ ਜ਼ਮੀਨ ਸੀਗੀ ਜਿਹੜੀ ਕਿ ਇਹਨੇ ਲਈ ਸੀ, ਇਹ ਤੋਂ ਕਬਜ਼ਾ ਕੀਤਾ ਸੀਗਾ। ਅਲੈਗਜ਼ੈਂਡਰ ਨੇ ਸਾਰੀ ਹੀ ਇਹਦੀ ਜਿਹੜੀ ਟੈਰੀਟਰੀ ਸੀਗੀ ਉਹ ਵਾਪਸ ਕਰ ਦਿੱਤੀ ਸੀਗੀ। ਜਦੋਂ ਦੁਬਾਰਾ ਤੋਂ ਅਲੈਗਜ਼ੈਂਡਰ ਭਾਰਤ ਦੇ ਵਿੱਚ ਵਾਪਸ ਆਇਆ, ਇਸ ਟਾਈਮ ਦੇ ਵਿੱਚ ਜਿਹੜਾ ਆਪਣਾ ਭਾਰਤ ਸੀਗਾ ਇਹਦੇ ਵਿੱਚ ਵੇਖਿਆ ਗਿਆ ਕਿ ਕਾਫੀ ਸਾਰੇ ਜਿਹੜੇ ਕਿੰਗਡਮ ਹੈਗੇ ਆ ਜੀ, ਜਿਹੜੇ ਰਾਜ ਹੈਗੇ ਆ ਉਹ ਵੰਡੇ ਹੋਏ ਆ। ਕਿੰਗਡਮ ਮਤਲਬ ਕਿ ਇਹਦੇ ਵਿੱਚ ਜਿਹੜੇ ਵੀ ਰਾਜ ਸੀਗੇ ਕਾਫੀ ਸਾਰੇ ਵੰਡੇ ਹੋਏ ਸੀ। ਤੇ ਇਹਦੇ ਵਿੱਚ ਮਗਧ ਜਿਹੜੀ ਜਗ੍ਹਾ ਸੀਗੀ ਜੀ, ਮਗਧ ਜਿਹੜਾ ਮਹਾਜਨਪਦ ਸੀ, ਰਾਜ ਸੀ, ਉਹਦੇ ਉੱਤੇ ਨੰਦ ਵੰਸ਼ ਸੀਗਾ ਜੀ, ਉਹਦਾ ਰਾਜ ਚੱਲ ਰਿਹਾ ਸੀਗਾ। ਆਪਾਂ ਲਾਸਟ ਪਾਰਟ ਵਿੱਚ ਇਸ ਗੱਲ ਨੂੰ ਪੜ੍ਹਿਆ ਵੀ ਸੀ, ਜਦੋਂ ਆਪਾਂ ਜੈਨ ਧਰਮ ਅਤੇ ਬੁੱਧ ਧਰਮ ਬਾਰੇ ਪੜ੍ਹਿਆ ਸੀਗਾ। ਉਸ ਤੋਂ ਪਹਿਲਾਂ ਵਾਲਾ ਜਿਹੜਾ ਪਾਠ ਪੜ੍ਹਿਆ ਸੀਗਾ ਉਹਦੇ ਵਿੱਚ ਇਹ ਗੱਲ ਆਪਾਂ ਸਮਝੇ ਸੀਗੇ ਕਿ ਇਹਦੇ ਵਿੱਚ ਨੰਦ ਵੰਸ਼ ਦਾ ਸ਼ਾਸਨ ਚੱਲ ਰਿਹਾ ਸੀਗਾ ਮਗਧ ਦੇ ਉੱਤੇ, ਤੇ ਇਹ ਬੜਾ ਹੀ ਅਨਪੋਪੂਲਰ ਹੋ ਰਿਹਾ ਸੀ। ਅਨਪੋਪੂਲਰ ਦਾ ਭਾਵ ਇਹ ਹੈ ਕਿ ਉਹ ਨਾ ਕਿਸੇ ਤੇ ਹਮਲਾ ਕਰ ਪਾ ਰਹੇ ਸੀਗੇ, ਉਹਨਾਂ ਦੀ ਜਿਹੜੀ ਕਹਿ ਸਕਦੇ ਹਾਂ ਵਿਸਤਾਰ ਕਰਨਾ ਚਾਹੀਦਾ ਉਹਨਾਂ ਨੂੰ, ਉਹ ਨਹੀਂ ਕਰ ਪਾ ਰਹੇ ਸੀਗੇ। ਸੋ ਮਤਲਬ ਕਿ ਉਹਨਾਂ ਦੀ ਜਿਹੜੀ ਰਾਜਗੱਦੀ ਹੈਗੀ ਆ, ਜੋ ਵੀ ਰਾਜ ਕਰ ਰਿਹਾ ਸੀ, ਸ਼ਾਸਨ ਕਰ ਰਿਹਾ ਸੀ, ਉਹ ਬੜਾ ਹੀ ਵੀਕ, ਕਮਜ਼ੋਰ ਜਿਹਾ ਹੋ ਚੁੱਕਿਆ ਸੀਗਾ। ਸੋ ਉਸ ਤੋਂ ਬਾਅਦ ਇਹਨੂੰ
ਚੰਦਰਗੁਪਤ ਮੌਰਿਆ ਨੇ ਕੀ ਕਰਤਾ, ਇਹਨਾਂ ਨੂੰ ਇਹਨਾਂ ਦੀ ਕੁਰਸੀ ਤੋਂ ਚੁੱਕਤਾ ਤੇ ਉਹਨਾਂ ਨੂੰ ਥੱਲੇ ਸਿੱਟਤਾ। ਮਤਲਬ ਇਹ ਕਿ ਉਹਦੀ ਜਿਹੜੀ ਰਾਜਗੱਦੀ ਹੈਗੀ ਆ, ਜਿਹੜਾ ਸ਼ਾਸਨ ਹੈਗਾ, ਸ਼ਾਸਨ ਦੀ ਜਿਹੜੀ ਕਮਾਨ ਹੈਗੀ ਆ, ਉਹ ਚੰਦਰਗੁਪਤ ਮੌਰਿਆ ਨਾਮ ਦਾ ਜਿਹੜਾ ਪਰਸਨ ਸੀ, ਜਿਹੜੇ ਵੀ ਮਤਲਬ ਰਾਜਾ ਹੋਏ ਸੀਗੇ, ਵੰਸ਼ ਹੋਇਆ ਇਹਨਾਂ ਦਾ, ਇਹਨਾਂ ਦੇ ਹੱਥ ਵਿੱਚ ਆ ਗਈ ਸੀਗੀ। ਕਿਹਦੇ ਹੱਥ ਵਿੱਚ ਆ ਗਈ ਸੀਗੀ? ਮਗਧ ਰਾਜ ਦਾ ਜਿਹੜਾ ਸ਼ਾਸਨ ਹੈਗਾ ਜੀ, ਇਹ ਚੰਦਰਗੁਪਤ ਮੌਰਿਆ ਦੇ ਹੱਥ ਵਿੱਚ ਆ ਚੁੱਕਿਆ ਸੀਗਾ। ਕਿਹਦੀ ਮਦਦ ਨਾਲ ਆ ਗਿਆ ਸੀਗਾ ਜੀ? ਉਹ ਪਰਸਨ ਸੀਗੇ ਜੀ ਚਾਣक्य ਜਾਂ ਫਿਰ ਕੌਟਿਲਿਆ। ਇਹਨਾਂ ਨੇ ਇੱਕ ਬੜੀ ਹੀ ਫੇਮਸ ਇੱਕ ਕਿਤਾਬ ਵੀ ਲਿਖੀ ਹੈਗੀ ਹੈ ਜੀ, ਜਿਹਦਾ ਨਾਮ ਹੈ ਅਰਥਸ਼ਾਸਤਰਾ ਨਾਮ ਦੀ ਕਿਤਾਬ ਚਾਣक्य ਜਾਂ ਫਿਰ ਕੌਟਿਲਿਆ ਦੁਆਰਾ ਲਿਖੀ ਗਈ ਸੀਗੀ। ਤੇ ਮੌਰਿਆ ਐਮਪਾਇਰ ਜਿਹੜਾ ਹੈਗਾ, ਮੌਰਿਆ ਜਿਹੜਾ ਕਹਿ ਸਕਦੇ ਆ, ਮੌਰਿਆ ਕਿੰਗਡਮ ਹੈਗਾ ਜਿਹੜਾ ਜੀ, ਇਹਦੀ ਜਦੋਂ ਸਥਾਪਨਾ ਕੀਤੀ ਗਈ ਸੀਗੀ, ਕਦੋਂ ਸਥਾਪਨਾ ਕੀਤੀ ਗਈ ਸੀਗੀ? 321 BC ਦੇ ਵਿੱਚ। 321 ਈਸਵੀ BC ਦੇ ਵਿੱਚ ਮੌਰਿਆ ਐਮਪਾਇਰ ਦੀ ਜਿਹੜੀ ਸਥਾਪਨਾ ਹੈਗੀ ਆ, ਉਹ ਕੀਤੀ ਗਈ ਸੀਗੀ। ਇਹਨਾਂ ਨੇ ਇੱਕ ਬਹੁਤ ਹੀ ਇੰਪੋਰਟੈਂਟ ਕਿਤਾਬ ਲਿਖੀ ਸੀਗੀ, ਜਿਹਦੇ ਬਾਰੇ ਮੈਂ ਤੁਹਾਨੂੰ ਦੱਸ ਹੀ ਦਿੱਤਾ ਹੈ। ਕੌਟਿਲਿਆ ਨੇ ਲਿਖੀ ਸੀਗੀ ਇੱਕ ਕਿਤਾਬ, ਜਿਹਦਾ ਨਾਮ ਸੀਗਾ ਅਰਥਸ਼ਾਸਤਰਾ ਬਾਰੇ ਇਹ ਗੱਲ ਦੱਸੀ ਜਾਂਦੀ ਹੈ ਕਿ ਇਹਦੇ ਵਿੱਚ ਕਾਫੀ ਸਾਰੀਆਂ ਇੰਪੋਰਟੈਂਟ ਐਂਡ ਸਿਗਨੀਫਿਕੈਂਟ ਗੱਲਾਂ ਲਿਖੀਆਂ ਸੀ। ਕਿਸੇ ਇੱਕ ਰਾਜ ਨੂੰ ਤੁਸੀਂ ਚਲਾਉਣਾ ਕਿਵੇਂ ਆ, ਤੁਸੀਂ ਕਿਸੇ ਵੀ ਜੇਕਰ ਰਾਜ ਨੂੰ ਚਲਾਉਣਾ ਚਾਹੁੰਦੇ ਹੋ, ਤੁਹਾਨੂੰ ਟੈਕਸ ਵਗੈਰਾ ਕਲੈਕਟ ਕਰਨਾ ਪਵੇਗਾ। ਸੋ ਮਤਲਬ ਕਾਫੀ ਇੰਪੋਰਟੈਂਟ ਜਿਹੜੀਆਂ ਗੱਲਾਂ ਨੇ ਇਸ ਅਰਥਸ਼ਾਸਤਰਾ ਕਿਤਾਬ ਵਿੱਚ ਵੇਖਣ ਨੂੰ ਮਿਲਦੀਆਂ ਨੇ, ਜਿਹੜੇ ਕਿ ਕੌਟਿਲਿਆ ਜਾਂ ਫਿਰ ਚਾਣक्य ਨੇ ਲਿਖੀ ਸੀਗੀ ਇਹ ਜਿਹੜੀ ਕਿਤਾਬ ਸੀ। ਐਂਡ ਕੌਟਿਲਿਆ ਕੀ ਸੀਗੇ? ਇੱਕ ਟੀਚਰ ਸੀ। ਕਿੱਥੇ? ਤਕਸ਼ਸ਼ਿਲਾ ਯੂਨੀਵਰਸਿਟੀ ਹੁੰਦੀ ਸੀ। ਤਕਸ਼ਸ਼ਿਲਾ ਯੂਨੀਵਰਸਿਟੀ ਦੇ ਵਿੱਚ ਇੱਕ ਬੜੇ ਹੀ ਵਿਦਵਾਨ ਤੇ ਇੱਕ ਟੀਚਰ ਸੀਗੇ, ਮਾਸਟਰ ਕਹਿ ਸਕਦੇ ਹੋ। ਚੰਦਰਗੁਪਤ ਨੂੰ ਮਗਧ ਦਾ ਰਾਜਾ ਬਣਾਉਣ ਤੋਂ ਬਾਅਦ ਜਿਹੜੇ ਚਾਣक्य ਸੀਗੇ, ਇਹ ਪ੍ਰਾਈਮ ਮਿਨਿਸਟਰ ਬਣ ਗਏ ਸੀਗੇ, ਪ੍ਰਧਾਨ ਮੰਤਰੀ ਕਹਿ ਸਕਦੇ ਆ ਮੌਰਿਆ ਐਮਪਾਇਰ ਦੇ। ਮੌਰਿਆ ਐਮਪਾਇਰ ਦੇ ਪ੍ਰਧਾਨ ਮੰਤਰੀ ਕੌਣ ਬਣ ਗਏ ਸੀ? ਚਾਣक्य ਬਣ ਗਏ ਸੀਗੇ। ਜੇਕਰ ਆਪਾਂ ਅਰਥਸ਼ਾਸਤਰਾ ਦੀ ਗੱਲ ਕਰਦੇ ਹਾਂ, ਮੈਂ ਪਹਿਲੀ ਬਰੀਫਲੀ ਥੋੜੀ ਜਿਹੀ ਗੱਲ ਵੀ ਦੱਸੀ ਸੀਗੀ। ਅਰਥਸ਼ਾਸਤਰਾ ਦੇ ਵਿੱਚ ਤੁਹਾਨੂੰ ਕਿਸੇ ਵੀ ਰਾਜ ਨੂੰ ਚਲਾਉਣਾ ਕਿਵੇਂ ਆ, ਭਾਵ ਇਹ ਕਿ ਜਿਹੜਾ ਮੌਰਿਆ ਪ੍ਰਸ਼ਾਸਨ ਹੈਗਾ ਉਹਨੂੰ ਕਿਵੇਂ ਚਲਾਇਆ ਜਾ ਰਿਹਾ ਸੀਗਾ, ਇਹਦੇ ਬਾਰੇ ਆਪਾਂ ਨੂੰ ਜਿਹੜੀ ਖਬਰ ਹੈਗੀ ਆ, ਜਿਹੜੀਆਂ ਗੱਲਾਂ ਨੇ, ਉਹ ਅਰਥਸ਼ਾਸਤਰਾਂ ਤੋਂ ਹੀ ਪਤਾ ਲੱਗਦੀਆਂ ਨੇ। ਇੱਕ ਹੋਰ ਤੁਹਾਨੂੰ ਕਿਤਾਬ ਵੇਖਣ ਨੂੰ ਮਿਲਦੀ ਹੈ ਜੀ, ਜਿਹਦਾ ਨਾਮ ਹੈ ਇੰਡਿਕਾ। ਕਈ ਵਾਰ ਐਗਜ਼ਾਮ ਦੇ ਵਿੱਚ ਤੁਹਾਨੂੰ ਪ੍ਰਸ਼ਨ ਪੁੱਛ ਲਿਆ ਜਾਂਦਾ ਹੈ, ਅਰਥਸ਼ਾਸਤਰਾ ਨਾਮ ਦੀ ਕਿਤਾਬ ਕਿਹਨੇ ਲਿਖੀ ਸੀ, ਇੰਡਿਕਾ ਨਾਮ ਦੀ ਕਿਤਾਬ ਕਿਹਨੇ ਲਿਖੀ ਸੀਗੀ। ਸੋ ਇਸ ਤਰ੍ਹਾਂ ਦੇ ਪ੍ਰਸ਼ਨ ਵੀ ਪੁੱਛ ਲਏ ਜਾਂਦੇ ਆ। ਸੋ ਜਿਹਦੇ ਕਰਕੇ ਮੈਂ ਲਾਈਨ ਟੂ ਲਾਈਨ ਤੁਹਾਨੂੰ ਇਹ ਜਿਹੜਾ ਪਾਠ ਹੈਗਾ ਜੀ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰ ਰਿਹਾ। ਇੰਡਿਕਾ ਨਾਮ ਦੀ ਜਿਹੜੀ ਕਿਤਾਬ ਹੈਗੀ ਆ ਜੀ, ਇਹ ਮੈਗਸਥਨੀਜ਼ ਨੇ ਲਿਖੀ ਸੀ। ਮੈਗਸਥਨੀਜ਼ ਨਾਮ ਦਾ ਇੱਕ ਪਰਸਨ ਸੀਗਾ ਜੀ, ਜਿਹੜਾ ਕਿ ਗ੍ਰੀਕ ਅੰਬੈਸਡਰ ਆਫ ਸੈਲੂਕਸ ਨਿਕੇਟਰ ਦਾ ਅੰਬੈਸਡਰ ਸੀਗਾ ਇਹ ਮੈਗਸਥਨੀਜ਼। ਇਹਨੇ ਕਿਤਾਬ ਲਿਖੀ ਸੀ ਇੰਡਿਕਾ ਨਾਮ ਦੀ। ਐਂਡ ਅਸ਼ੋਕਾ ਬਾਰੇ ਵੀ ਤੁਸੀਂ ਸੁਣਿਆ ਹੋਊਗਾ। ਅਸ਼ੋਕਾ ਜਿਹੜਾ ਪਰਸਨ ਸੀ, ਜਿਹੜਾ ਰਾਜਾ ਸੀਗਾ, ਇਹਦੇ ਬਾਰੇ ਆਪਾਂ ਨੂੰ ਕਿੱਥੇ ਵੱਡੇ ਵੱਡੇ ਜਿਹੜੇ ਪੱਥਰ ਹੁੰਦੇ ਨੇ, ਜਿਹੜੇ ਸਤੰਭ ਹੁੰਦੇ ਨੇ ਜੀ, ਉਹਨਾਂ ਦੇ ਬਾਰੇ ਇਹਨਾਂ ਪੱਥਰਾਂ ਤੇ ਵੀ ਲਿਖਿਆ ਹੋਇਆ ਮਿਲਦਾ ਹੈਗਾ, ਜਿਹਨੂੰ ਆਪਾਂ ਇਨਸਕ੍ਰਿਪਸ਼ਨ ਕਹਿ ਦਿੰਦੇ ਆ। ਬੇਸਿਕਲੀ ਇਸ ਚੈਪਟਰ ਦੇ ਵਿੱਚ ਆਪਾਂ ਮੌਰਿਆ ਪ੍ਰਸ਼ਾਸਨ ਬਾਰੇ ਤੇ ਕੁਝ ਆਪਾਂ ਸ਼ੁੰਗ ਜਿਹੜਾ ਵੰਸ਼ ਸੀਗਾ ਜੀ, ਉਹਦੇ ਬਾਰੇ ਪੜਾਂਗੇ। ਮੌਰਿਆ ਪ੍ਰਸ਼ਾਸਨ ਦੇ ਵਿੱਚ ਇਹਨਾਂ ਦਾ ਜਿਹੜਾ ਰਾਜ ਸੀ ਕਿਵੇਂ ਚੱਲਦਾ ਸੀਗਾ, ਲੋਕਾਂ ਦੀ ਜ਼ਿੰਦਗੀ ਉਸ ਟਾਈਮ ਦੇ ਵਿੱਚ ਕਿਹੋ ਜਿਹੀ ਸੀਗੀ, ਲੋਕ ਟੈਕਸ ਵਗੈਰਾ ਕਿਵੇਂ ਕਲੈਕਟ ਕਰਦੇ ਸੀਗੇ, ਕੀ ਖਾਂਦੇ ਪੀਂਦੇ ਸੀ, ਉਹਨਾਂ ਦਾ ਸਮਾਜਿਕ ਤੇ ਆਰਥਿਕ ਜੀਵਨ ਕਿਹੋ ਜਿਹਾ ਸੀਗਾ, ਹਥਿਆਰ ਵਗੈਰਾ, ਲੜਾਈਆਂ ਵਗੈਰਾ ਕਿਵੇਂ ਕਰਦੇ ਸੀਗੇ, ਇਹਨਾਂ ਗੱਲਾਂ ਦੀ ਹੀ ਡਿਸਕਸ਼ਨ ਆਪਾਂ ਇਸ ਚੈਪਟਰ ਦੇ ਵਿੱਚ ਅੱਗੇ ਕਰਾਂਗੇ। ਚੰਦਰਗੁਪਤ ਮੌਰਿਆ ਪਹਿਲਾ ਸ਼ਾਸਕ ਇਹੋ ਜਿਹਾ ਸੀਗਾ ਜਿਹਨੇ ਕਿ ਯੂਨੀਫਾਈ ਕੀਤਾ ਸੀਗਾ, ਮਤਲਬ ਜਿੰਨਾ ਵੀ ਇਹਨੇ ਏਰੀਆ ਤੇ ਕਬਜ਼ਾ ਕੀਤਾ ਜਾਂ ਫਿਰ ਜਿਹੜੇ ਵੀ ਏਰੀਆ ਸੀਗੇ ਜਿੱਤਿਆ, ਉੱਥੇ ਇਹਨੇ ਯੂਨੀਫਾਈ ਕਰਤਾ, ਇੱਕ ਕਰਤਾ, ਤੇ ਇਹਨਾਂ ਤੇ ਸਾਰਿਆਂ ਤੇ ਹੀ ਉਹ ਰਾਜ ਕਰਦਾ ਰਿਹਾ। ਇਹਨੇ ਸੈਲੂਕਸ ਨਾਮ ਦੇ ਪਰਸਨ ਨੂੰ ਵੀ ਹਰਾਇਆ। ਸੈਲੂਕਸ ਬਾਰੇ ਹੁਣੇ ਆਪਾਂ ਗੱਲ ਕਰਕੇ ਹਟਿਆ ਸੀਗਾ ਜੀ। ਉਹ ਕਮਾਂਡਰ ਸੀ ਉਹਨਾਂ ਦੀ ਸੈਨਾ ਦਾ। ਇਹਨੂੰ ਇਹਨੇ ਹਰਾਇਆ ਸੀਗਾ। ਜਿਹੜਾ ਕਿ ਅਲੈਗਜ਼ੈਂਡਰ ਦਾ ਕਮਾਂਡਰ ਸੀ ਸੈਲੂਕਸ, ਉਹ ਹਾਰ ਗਿਆ ਸੀਗਾ ਕਿਹਦੇ ਦੁਆਰਾ? ਚੰਦਰਗੁਪਤ ਮੌਰਿਆ ਦੁਆਰਾ। ਇਸ ਸੈਲੂਕਸ ਨੇ ਕੀ ਕੀਤਾ ਸੀਗਾ? ਸੈਲੂਕਸ ਨੇ ਅਫਗਾਨਿਸਤਾਨ ਵਾਲਾ ਜਿਹੜਾ ਕੁਝ ਏਰੀਆ ਹੈਗਾ ਨਾ, ਮਤਲਬ ਅਫਗਾਨਿਸਤਾਨ ਦੇ ਵਿੱਚ ਇਹਦਾ ਸ਼ਾਸਨ ਚੱਲ ਰਿਹਾ ਸੀਗਾ, ਕਿਉਂਕਿ ਜਦੋਂ ਅਲੈਗਜ਼ੈਂਡਰ ਵਾਪਸ ਆਇਆ ਸੀ, ਉਹਨੇ ਉੱਥੇ ਕਬਜ਼ਾ ਵਗੈਰਾ ਕਰ ਲਿਆ ਸੀਗਾ ਜਿੱਤ ਕੇ। ਇਹਨੇ ਸੈਲੂਕਸ ਨੂੰ ਸਾਰਾ ਕੁਝ ਦੇ ਦਿੱਤਾ ਸੀਗਾ। ਉਸ ਤੋਂ ਬਾਅਦ ਕੀ ਹੋਇਆ? ਚੰਦਰਗੁਪਤ ਮੌਰਿਆ ਨੇ ਇਹਨੂੰ ਹਰਾ ਦਿੱਤਾ ਜਦੋਂ ਇਹਨਾਂ ਦੀ ਜੰਗ ਵਗੈਰਾ ਹੋਈ, ਤੇ ਸੈਲੂਕਸ ਨੂੰ ਜਿਹੜਾ ਏਰੀਆ ਸੀਗਾ, ਲਾਰਜ ਏਰੀਆ ਹੈਗਾ ਅਫਗਾਨਿਸਤਾਨ ਦਾ, ਇਹ ਵਾਪਸ ਦੇਣਾ ਪਿਆ ਸੀਗਾ ਚੰਦਰਗੁਪਤ ਨੂੰ। ਜੇਕਰ ਆਪਾਂ ਚੰਦਰਗੁਪਤ ਮੌਰਿਆ ਦੀ ਆਪਾਂ ਐਕਸਟੈਂਸ਼ਨ ਦੀ ਗੱਲ ਕਰੀਏ ਕਿ ਕਿੱਥੇ ਕਿੱਥੇ ਆਪਾਂ ਨੂੰ ਵਿਸਤਾਰ ਵੇਖਣ ਨੂੰ ਮਿਲਦਾ, ਇਹਦਾ ਜਿਹੜਾ ਰੂਲ ਸੀਗਾ, ਸ਼ਾਸਨ ਸੀਗਾ, ਉਹ ਕਿੱਥੇ ਕਿੱਥੇ ਚੱਲ ਰਿਹਾ ਸੀਗਾ? ਅਫਗਾਨਿਸਤਾਨ ਤੋਂ ਲੈ ਕੇ, ਕਿੱਥੋਂ ਲੈ ਕੇ ਜੀ? ਅਫਗਾਨਿਸਤਾਨ ਤੋਂ ਲੈ ਕੇ ਜਿਹੜਾ ਕਿ ਤੁਹਾਨੂੰ ਨਾਰਥ ਵੈਸਟ ਪਾਰਟ ਦੇ ਵਿੱਚ, ਉੱਤਰੀ ਪੱਛਮੀ ਕਹਿ ਸਕਦੇ ਹੋ ਜੀ, ਅਫਗਾਨਿਸਤਾਨ ਦੇ ਉੱਤਰੀ ਪੱਛਮੀ ਤੋਂ ਲੈ ਕੇ ਕਰਨਾਟਕਾ ਦੇ ਸਾਊਥ ਵਿੱਚ, ਕਰਨਾਟਕਾ ਤੁਹਾਨੂੰ ਪਤਾ ਹੀ ਹੈ ਜੀ, ਕਰਨਾਟਕਾ ਮਤਲਬ ਸਾਊਥ ਦੇ ਵਿੱਚ, ਇੱਥੇ ਤੱਕ ਇਹਨਾਂ ਦਾ ਜਿਹੜਾ ਐਕਸਟੈਂਸ਼ਨ ਹੈਗਾ ਜੀ ਵੇਖਣ ਨੂੰ ਮਿਲਦਾ ਹੈ। ਤੇ ਅਸਾਮ ਤੋਂ ਲੈ ਕੇ, ਜੇਕਰ ਆਪਾਂ ਉੱਤਰੀ ਪੂਰਬੀ ਰਾਜਾਂ ਦੀ ਗੱਲ ਕਰਦੇ ਹਾਂ, ਅਸਾਮ ਤੋਂ ਲੈ ਕੇ ਗੁਜਰਾਤ ਤੱਕ ਜਿਹੜਾ ਤੁਹਾਨੂੰ ਜਿਹੜਾ ਇਹਨਾਂ ਦਾ ਵਿਸਤਾਰ ਹੈਗਾ ਜੀ, ਜਿੱਥੇ ਸ਼ਾਸਨ ਕਰਦੇ ਸੀਗੇ,
ਇੱਥੇ ਤੱਕ ਇਹਨਾਂ ਦਾ ਤੁਹਾਨੂੰ ਵਿਸਤਾਰ ਵੇਖਣ ਨੂੰ ਮਿਲਦਾ ਹੈਗਾ। ਆਪਾਂ ਇੱਕ ਵਾਰ ਦੁਬਾਰਾ ਤੋਂ ਇਹਨੂੰ ਵੇਖ ਲੈਂਦੇ ਆ। ਨਾਰਥ ਵੈਸਟ ਪਾਰਟ ਦੇ ਵਿੱਚ ਜਿਹੜਾ ਅਫਗਾਨਿਸਤਾਨ ਹੈਗਾ ਜੀ, ਉੱਥੋਂ ਲੈ ਕੇ ਕਰਨਾਟਕਾ ਤੱਕ ਐਂਡ ਆਸਾਮ ਤੋਂ ਲੈ ਕੇ ਗੁਜਰਾਤ ਤੱਕ ਜਿਹੜਾ ਇਹਨਾਂ ਦਾ ਜਿਹੜਾ ਮੇਨ ਤੁਹਾਨੂੰ ਏਰੀਆ ਹੈਗਾ ਜੀ, ਇੱਥੇ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਸੀਗਾ। ਚੰਦਰਗੁਪਤ ਦੀ ਇੱਕ ਆਪਾਂ ਜੇ ਗੱਲ ਕਰਦੇ ਹਾਂ, ਇਹਨੇ ਸ਼ਾਸਨ ਕੀਤਾ ਸੀਗਾ 297 BC ਤੱਕ। ਕਦੋਂ ਤੱਕ ਕੀਤਾ ਇਹਨੇ? 297 BC ਤੱਕ ਇਹਨੇ ਰਾਜ ਕੀਤਾ। ਤੇ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਮੁੰਡਾ ਸੀ ਬਿੰਦੂਸਾਰ, ਇਹਦਾ ਮੁੰਡਾ ਕੌਣ ਸੀ? ਬਿੰਦੂਸਾਰ ਨਾਮ ਦਾ ਇਹਦਾ ਜਿਹੜਾ ਮੁੰਡਾ ਹੋਇਆ, ਉਹਨੇ ਵੀ ਫਿਰ ਬਾਅਦ ਵਿੱਚ 25 ਸਾਲਾਂ ਤੱਕ ਰਾਜ ਕੀਤਾ ਸੀ। 25 ਸਾਲਾਂ ਤੱਕ ਬਿੰਦੂਸਾਰ ਨਾਮ ਦੇ ਪਰਸਨ ਨੇ ਵੀ ਰਾਜ ਕੀਤਾ ਸੀਗਾ। ਰਾਜਵੰਸ਼ ਬਾਰੇ ਗੱਲ ਦੱਸੀ ਗਈ ਹੈ ਕਿ ਰਾਜਵੰਸ਼ ਹੁੰਦਾ ਕੀ ਹੈ। ਵੰਸ਼ ਜਿਹਨੂੰ ਕਹਿ ਦਿੰਦੇ ਹੋ ਤੁਸੀਂ, ਡਾਇਨਸਟੀ ਕਹਿ ਦਿੰਦੇ ਹੋ। ਜਿਵੇਂ ਮੰਨ ਲਓ ਇੱਕ ਕਿਸੇ ਫੈਮਿਲੀ ਦਾ ਜਿਹੜਾ ਪਰਸਨ ਸੀ ਉਹ ਰਾਜਾ ਹੈਗਾ, ਅਗਲੇ ਟਾਈਮ ਦੇ ਵਿੱਚ ਜਦੋਂ ਉਹ ਰਾਜਾ ਮਰ ਗਿਆ, ਉਹਦੇ ਜਿਹੜੇ ਬੱਚੇ ਹੋਣਗੇ ਬਾਅਦ ਵਿੱਚ ਉਹਨਾਂ ਨੂੰ ਰਾਜਾ ਬਣਾ ਦਿੱਤਾ ਜਾਣਾ। ਸੋ ਇਹਨਾਂ ਨੂੰ ਆਪਾਂ ਕੀ ਕਹਿੰਦੇ ਆ? ਇਹਨਾਂ ਨੂੰ ਆਪਾਂ ਵੰਸ਼ ਵਗੈਰਾ ਕਹਿੰਦੇ ਆ, ਵੰਸ਼ਵਾਦ ਕਹਿ ਦਿੰਦੇ ਆ। ਜਿਵੇਂ ਚੰਦਰਗੁਪਤ ਹੋਇਆ, ਚੰਦਰਗੁਪਤ ਦੇ ਮੁੰਡੇ ਦਾ ਨਾਮ ਸੀਗਾ ਬਿੰਦੂਸਾਰ, ਬਿੰਦੂਸਾਰ ਦੇ ਮੁੰਡੇ ਦਾ ਨਾਮ ਸੀ ਕੀ ਸੀ? ਅਸ਼ੋਕਾ। ਸੋ ਇਹ ਕੀ ਹੈ? ਇਹ ਵੀ ਇੱਕ ਵੰਸ਼ਵਾਇਜ਼ ਹੀ ਆਪਾਂ ਨੂੰ ਇਹ ਗੱਲਾਂ ਵੇਖਣ ਨੂੰ ਮਿਲ ਰਹੀਆਂ ਨੇ। ਆਪਾਂ ਹੁਣ ਗੱਲ ਕਰਾਂਗੇ ਜੀ ਅਸ਼ੋਕ ਦੀ, ਅਸ਼ੋਕਾ ਦਾ ਗ੍ਰੇਟ। ਐਂਡ ਅਸ਼ੋਕਾ ਕਿਹਦਾ ਮੁੰਡਾ ਸੀਗਾ ਜੀ? ਅਸ਼ੋਕਾ ਮੁੰਡਾ ਸੀ ਬਿੰਦੂਸਾਰ ਦਾ। ਤੇ ਬਿੰਦੂਸਾਰ ਕਿਹਦਾ ਮੁੰਡਾ ਸੀ? ਬਿੰਦੂਸਾਰ ਮੁੰਡਾ ਸੀ ਜੀ ਚੰਦਰਗੁਪਤ ਦਾ। ਇੱਕ ਵਾਰ ਧਿਆਨ ਨਾਲ ਸੁਣ ਲਿਓ ਜੀ। ਚੰਦਰਗੁਪਤ ਦੇ ਮੁੰਡੇ ਦਾ ਨਾਮ ਸੀ ਬਿੰਦੂਸਾਰ, ਬਿੰਦੂਸਾਰ ਦੇ ਮੁੰਡੇ ਦਾ ਨਾਮ ਸੀ ਅਸ਼ੋਕ। ਆਪਾਂ ਹੁਣ ਗੱਲ ਕਰਾਂਗੇ ਅਸ਼ੋਕ ਬਾਰੇ। ਅਸ਼ੋਕਾ ਦਾ ਗ੍ਰੇਟ, ਗ੍ਰੇਟ ਲਾਉਣ ਪਿੱਛੇ ਇਹੀ ਕਾਰਨ ਹੈ ਕਿ ਇਹਨਾਂ ਨੇ ਕੁਝ ਇਹੋ ਜਿਹੇ ਕੰਮ ਕੀਤੇ ਸੀ ਜਿਹਦੇ ਕਰਕੇ ਇਹਨਾਂ ਦੇ ਨਾਮ ਅੱਗੇ ਗ੍ਰੇਟ ਜਾਂ ਫਿਰ ਮਹਾਨ ਲਾਇਆ ਜਾਂਦਾ। ਜਦੋਂ ਡੈਥ ਹੋ ਗਈ ਬਿੰਦੂਸਾਰ ਦੀ, ਜਿਵੇਂ ਕਿ ਇਹਨਾਂ ਦੇ ਪਾਪਾ ਦਾ ਨਾਮ ਸੀ ਨਾ, ਅਸ਼ੋਕਾ ਦੇ ਪਾਪਾ ਦਾ ਨਾਮ ਸੀ ਬਿੰਦੂਸਾਰ, ਜਦੋਂ ਇਹਨਾਂ ਦੇ ਪਾਪਾ ਦੀ ਹੋ ਗਈ ਡੈਥ 273 BC ਦੇ ਵਿੱਚ ਇਹਨਾਂ ਨੂੰ ਬਣਾ ਦਿੱਤਾ ਗਿਆ ਰਾਜਾ। ਅਸ਼ੋਕਾ ਨੂੰ 273 BC ਦੇ ਵਿੱਚ ਇਹਨਾਂ ਨੂੰ ਰਾਜਾ ਬਣਾ ਦਿੱਤਾ ਗਿਆ ਤੇ ਇਹਨਾਂ ਨੂੰ ਬੜਾ ਹੀ ਮਹਾਨ ਕਹਿ ਸਕਦੇ ਹਾਂ ਇੱਕ ਸ਼ਾਸਕ ਵਜੋਂ ਜਾਣਿਆ ਜਾਂਦਾ, ਕਿਉਂਕਿ ਇਹਨਾਂ ਦੀ ਜਿਹੜੇ ਮੈਸੇजेस ਸੀਗੇ ਪੀਸ ਤੇ ਹਿਊਮੈਨਿਟੀ ਦੇ, ਸ਼ਾਂਤੀ ਦੇ, ਮਨੁੱਖਤਾ ਦੇ, ਇਹਨਾਂ ਵੱਲੋਂ ਮੈਸੇਜ ਦਿੱਤੇ ਜਾਂਦੇ ਸੀਗੇ ਜੀ। 261 BC ਦੇ ਵਿੱਚ ਇਹਨਾਂ ਨੇ ਕਲਿੰਗਾ ਨੂੰ ਮਤਲਬ ਜਿੱਤ ਲਿਆ ਸੀਗਾ। ਕਲਿੰਗਾ ਨਾਮ ਦੀ ਜਗ੍ਹਾ ਤੁਹਾਨੂੰ ਉੜੀਸਾ ਵਿੱਚ ਵੇਖਣ ਨੂੰ ਮਿਲਦੀ ਆ। 261 BC ਦੇ ਵਿੱਚ ਇਹਨਾਂ ਨੇ ਕਲਿੰਗਾ ਨੂੰ ਜਿੱਤ ਲਿਆ ਸੀਗਾ ਤੇ ਇੱਥੇ ਇੰਨੇ ਕੁ ਜ਼ਿਆਦਾ ਲੋਕ ਮਰੇ, ਇੰਨੀਆਂ ਕੁ ਜ਼ਿਆਦਾ ਲਾਸ਼ਾਂ ਵਿਛੀਆਂ, ਇੰਨੇ ਕੁ ਜ਼ਿਆਦਾ ਮਤਲਬ ਖੂਨ ਦੀਆਂ ਜਿਹੜੀਆਂ ਗਲੀਆਂ ਵਗਣੀਆਂ ਸ਼ੁਰੂ ਹੋ ਗਈਆਂ ਸੀਗੀਆਂ। ਇਹ ਸਭ ਵੇਖ ਕੇ ਇਹਨਾਂ ਦਾ ਮਤਲਬ ਬਹੁਤ ਹੀ ਜ਼ਿਆਦਾ ਦਿਮਾਗ ਖਰਾਬ ਹੋ ਗਿਆ ਕਿ ਬਈ ਇਹ ਕੀ ਹੋ ਗਿਆ, ਆਪਾਂ ਮਤਲਬ ਇੰਨਾ ਖੂਨ ਖਰਾਬਾ ਕਰ ਰਹੇ ਹਾਂ, ਇੰਨੇ ਲੋਕਾਂ ਨੂੰ ਬੰਦੀ ਬਣਾਇਆ ਗਿਆ, ਇੰਨੇ ਲੋਕ ਮਾਰ ਦਿੱਤੇ ਗਏ। ਇਹ ਸਭ ਕੁਝ ਵੇਖ ਕੇ, ਖੂਨ ਵਗੈਰਾ ਵੇਖ ਕੇ, ਮਤਲਬ ਇੰਨੀ ਜ਼ਿਆਦਾ ਕਹਿ ਸਕਦੇ ਹਾਂ ਵਾਇਲੈਂਸ ਵੇਖ ਕੇ ਇਹਨਾਂ ਦਾ ਜਿਹੜਾ ਮਨ ਸੀਗਾ ਉਹ ਕਾਫੀ ਜ਼ਿਆਦਾ ਬਦਲ ਗਿਆ ਤੇ ਇਹਨਾਂ ਨੇ ਜਿਹੜਾ ਬੁੱਧ ਧਰਮ ਸੀ ਉਹ ਅਪਣਾ ਲਿਆ ਸੀ। ਬੁੱਧ ਧਰਮ ਕਿਉਂਕਿ ਨਾਨ ਵਾਇਲੈਂਸ ਦੇ ਵਿੱਚ ਇਹ ਬਿਲੀਵ ਕਰਦੇ ਸੀਗੇ। ਬੜਾ ਹੀ ਮਤਲਬ ਆਪਾਂ ਇਸ ਤੋਂ ਪਹਿਲਾਂ ਬੁੱਧ ਧਰਮ ਬਾਰੇ ਵੀ ਪੜ੍ਹ ਹੀ ਚੁੱਕੇ ਹਾਂ। ਸੋ ਜਦੋਂ ਇਹ ਫਾਲੋਵਰ ਬਣ ਗਏ ਬੁੱਧ ਧਰਮ ਦੇ, ਇਹਨਾਂ ਨੇ ਬੁੱਧ ਧਰਮ ਦੀਆਂ ਜਿਹੜੀਆਂ ਫੇਮਸ ਜਗ੍ਹਾ ਹੈਗੀਆਂ ਜੀ ਉੱਥੇ ਇਹਨਾਂ ਨੇ ਜਾਣਾ ਸ਼ੁਰੂ ਕਰ ਦਿੱਤਾ। ਜਿਵੇਂ ਕਿ ਇੱਕ ਬੁੱਧਿਸਟ ਪਿਲਗ੍ਰਿਮੇਜ ਜਿਹੜੀ ਕਿ ਹੈਗੀ ਆ ਜਿੱਥੇ ਲੋਕ ਜਾਂਦੇ ਨੇ, ਜਿਵੇਂ ਕਿ ਇੱਕ ਹੋ ਗਿਆ ਜੀ ਬੋਧ ਗਇਆ। ਬੋਧ ਗਇਆ ਵਿੱਚ ਇਹਨਾਂ ਨੇ ਗਏ, ਸਾਰਨਾਥ ਵਿੱਚ ਗਏ ਜੀ, ਲੁੰਬਣੀ ਦੇ ਵਿੱਚ ਗਏ। ਮਤਲਬ ਇਹਨਾਂ 3 ਪਲੇਸ ਤੇ ਇਹਨਾਂ ਨੇ ਕੀ ਕੀਤਾ ਜੀ, ਇੱਥੇ ਇਹਨਾਂ ਨੇ ਜਾਣਾ ਸ਼ੁਰੂ ਕੀਤਾ ਕਿਉਂਕਿ ਹੁਣ ਤਾਂ ਇਹ ਫਾਲੋਵਰ ਬਣ ਚੁੱਕੇ ਸੀਗੇ, ਭਗਤ ਕਹਿ ਸਕਦੇ ਆ ਜੀ, ਇਹ ਬਣ ਗਏ ਸੀਗੇ ਜੀ। ਬੁੱਧ ਧਰਮ ਨੂੰ ਇਹਨਾਂ ਨੇ ਅਪਣਾ ਲਿਆ ਸੀਗਾ ਤੇ ਇਹਨਾਂ ਨੇ ਜਿਹੜੇ ਸਤੂਪ ਹੁੰਦੇ ਨੇ ਉਹਨਾਂ ਨੇ ਉਹ ਬਣਾਉਣੇ ਸ਼ੁਰੂ ਕਰ ਦਿੱਤੇ। ਤੇ ਕਹਿੰਦੇ ਹੁੰਦੇ ਆ ਨਾ ਕਿ ਆਪਦੇ ਧਰਮ ਦੀ ਜਿਹੜੀ ਐਡਵਰਟਾਈਜ਼ਮੈਂਟ ਹੁੰਦੀ ਹੈ, ਪ੍ਰਚਾਰ ਟਾਈਪ ਕਰਨਾ ਇਹਨਾਂ ਨੇ ਸ਼ੁਰੂ ਕਰ ਦਿੱਤਾ ਕਿ ਇਸ ਧਰਮ ਨੂੰ ਵੱਧ ਤੋਂ ਵੱਧ ਫੋਲੋ ਕੀਤਾ ਜਾਵੇ। ਮਤਲਬ ਇਹਨਾਂ ਨੇ ਮਿਸ਼ਨਰੀਜ਼ ਵਗੈਰਾ ਜਿਹੜੇ ਹੁੰਦੇ ਨੇ ਜੀ ਉਹ ਇਹਨਾਂ ਨੇ ਦੂਸਰੇ ਦੇਸ਼ਾਂ ਵਿੱਚ ਭੇਜਣੇ ਸ਼ੁਰੂ ਕਰਤੇ। ਉਹਨਾਂ ਦੇ ਜਿਹੜੇ ਸੰਦੇਸ਼ ਸੀਗੇ ਜੀ, ਜਿਹੜੇ ਸੰਦੇਸ਼ ਬੁੱਧ ਧਰਮ ਦੇ ਵਿੱਚ ਦਿੱਤੇ ਜਾਂਦੇ ਸੀਗੇ ਸ਼ਾਂਤੀ ਦੇ, ਹਿਊਮੈਨਿਟੀ ਦੇ, ਮਨੁੱਖਤਾ ਦੇ, ਇਹਨਾਂ ਨੇ ਆਪਦੇ ਮੁੰਡੇ ਨੂੰ, ਇਹਨਾਂ ਦੇ ਮੁੰਡੇ ਦਾ ਪਤਾ ਕੀ ਨਾਮ ਸੀ? ਇਹਨਾਂ ਦੇ ਮੁੰਡੇ ਦਾ ਨਾਮ ਸੀਗਾ ਮਹਿੰਦਰ। ਮਹਿੰਦਰ ਨਾਮ ਦਾ ਇਹਨਾਂ ਦਾ ਜਿਹੜਾ ਮੁੰਡਾ ਸੀ ਉਹਨਾਂ ਨੂੰ ਇਹਨਾਂ ਨੇ ਦੂਸਰੇ ਦੇਸ਼ਾਂ ਵਿੱਚ ਭੇਜਿਆ ਤੇ ਇਹਨਾਂ ਦੀ ਇੱਕ ਬੇਟੀ ਵੀ ਸੀਗੀ ਜਿਹਦਾ ਨਾਮ ਸੀ ਸੰਘਮਿਤਰਾ। ਮੁੰਡੇ ਦਾ ਨਾਮ ਸੀ ਮਹਿੰਦਰ ਐਂਡ ਕੁੜੀ ਦਾ ਨਾਮ ਸੀ ਸੰਘਮਿਤਰਾ। ਇਹਨਾਂ ਨੇ ਆਪਦੇ ਬੱਚਿਆਂ ਨੂੰ ਭੇਜਿਆ ਸ਼੍ਰੀਲੰਕਾ ਦੇ ਵਿੱਚ, ਹੋਰ ਵੀ ਦੇਸ਼ਾਂ ਵਿੱਚ ਭੇਜਿਆ ਕਿ ਤੁਸੀਂ ਜਾਓ ਬੁੱਧ ਧਰਮ ਦਾ ਜਿਹੜਾ ਕਹਿ ਸਕਦੇ ਆ ਮਸ਼ਹੂਰੀ ਹੈਗੀ ਆ, ਐਡਵਰਟਾਈਜ਼ਮੈਂਟ ਹੈਗਾ ਜੀ, ਉਹ ਤੁਸੀਂ ਕਰਕੇ ਆਓ ਕਿ ਇਹ ਧਰਮ ਬਹੁਤ ਹੀ ਵਧੀਆ। ਠੀਕ ਹੈ ਜੀ। ਮਤਲਬ ਇਹਨਾਂ ਨੇ ਧਰਮ ਦਾ ਅਪਣਾਇਆ ਹੀ, ਇਸ ਦੇ ਨਾਲ ਨਾਲ ਇਹਨੂੰ ਪ੍ਰਮੋਟ ਕਰਨ ਲਈ ਵੀ ਇਹਨਾਂ ਨੇ ਆਪਦੇ ਵੱਲੋਂ ਬਹੁਤ ਜ਼ੋਰ ਲਾਇਆ ਕਿ ਇਹਨੂੰ ਵੱਧ ਤੋਂ ਵੱਧ ਪ੍ਰਮੋਟ ਕੀਤਾ ਜਾਵੇ। ਐਂਡ ਇਹਨਾਂ ਦੁਆਰਾ ਹੋਰ ਕਿਹੜੀਆਂ ਗੱਲਾਂ ਦੱਸੀਆਂ ਗਈਆਂ ਜੀ। ਇਹ ਅਸ਼ੋਕਾ ਨੇ ਮਤਲਬ ਆਪਦੀ ਜਿਹੜੀ ਜ਼ਿੰਦਗੀ ਹੈਗੀ ਆ, ਬਾਕੀ ਕਲਿੰਗਾ ਵਾਰ ਤੋਂ ਬਾਅਦ ਜਦੋਂ ਕਲਿੰਗਾ ਯੁੱਧ ਹੋ ਗਿਆ ਉਸ ਤੋਂ ਬਾਅਦ ਇਹਨਾਂ ਨੇ ਜਿਹੜੀ ਆਪਦੀ ਸਾਰੀ ਜ਼ਿੰਦਗੀ ਹੈਗੀ ਆ ਉਹ ਇਹਨਾਂ ਨੇ ਲੋਕਾਂ ਦੀ ਭਲਾਈ ਵਾਸਤੇ ਸਾਰੀ ਕੀ ਕਰਤੀ ਜੀ, ਇਨਵੈਸਟ ਕਰ ਦਿੱਤੀ। ਇਹਨਾਂ ਨੇ ਕਾਫੀ ਸਾਰੀਆਂ ਚੀਜ਼ਾਂ ਬਣਾਈਆਂ ਜੀ, ਜਿਵੇਂ ਕਿ ਇਹਨਾਂ ਨੇ ਪਹਿਲੀ ਗੱਲ ਤਾਂ ਆਪਦੇ ਜਿਹੜੇ ਮੈਸੇजेस ਹੁੰਦੇ ਨੇ, ਜਿਹੜੇ ਸੰਦੇਸ਼ ਹੁੰਦੇ ਨੇ
ਉਹ ਫੈਲਾਉਣ ਲਈ ਇਹਨਾਂ ਨੇ ਜਿਹੜੇ ਵੱਡੇ ਵੱਡੇ ਜਿਹੜੇ ਪਿਲਰਸ ਹੁੰਦੇ ਨੇ, ਸਤੰਭ ਹੁੰਦੇ ਨੇ, ਉਹਨਾਂ ਦੇ ਸ਼ਾਂਤੀ ਵਾਲੇ ਜਿਹੜੇ ਮੈਸੇਜ ਹੁੰਦੇ ਨੇ ਜੀ ਉਹ ਲਿਖਾਉਣੇ ਸ਼ੁਰੂ ਕਰ ਦਿੱਤੇ ਤੇ ਉਹਨਾਂ ਨੂੰ ਕਿਹਾ, ਲੋਕਾਂ ਨੂੰ ਕਿਹਾ ਕਿ ਤੁਸੀਂ ਵੀ ਇਹਨਾਂ ਮੈਸੇजेस ਨੂੰ ਫੋਲੋ ਕਰੋ ਜਿਹੜੇ ਮਨੁੱਖਤਾ ਦੇ ਮੈਸੇਜ ਨੇ। ਬਾਕੀ ਇਹਨਾਂ ਨੇ ਹੰਟਿੰਗ ਜਿਹੜੀ ਹੁੰਦੀ ਹੈ, ਜਿਵੇਂ ਕਿ ਜਾਨਵਰਾਂ ਨੂੰ ਜਿਹੜਾ ਮਾਰਨ ਦਾ ਜਿਹੜਾ ਕੰਮ ਹੁੰਦਾ ਹੈ, ਸ਼ਿਕਾਰ ਕਰਨ ਦਾ ਕੰਮ ਹੁੰਦਾ ਹੈ, ਬਰਡਸ ਜਿਹੜੇ ਪੰਛੀ ਹੁੰਦੇ ਨੇ ਉਹਨਾਂ ਨੂੰ ਮਾਰਨ ਦਾ ਜਦੋਂ ਕੰਮ ਕੀਤਾ ਜਾਂਦਾ ਹੈ, ਇਹਨਾਂ ਨੂੰ ਉਸ ਕੰਮ ਨੂੰ ਵੀ ਰੋਕਤਾ ਸੀਗਾ। ਇਹਨਾਂ ਨੇ ਕਾਫੀ ਜ਼ਿਆਦਾ ਜਿਹੜੀਆਂ ਸੜਕਾਂ ਨੇ ਜੀ ਉਹ ਇਹਨਾਂ ਦੁਆਰਾ ਬਣਵਾਈਆਂ ਗਈਆਂ ਤੇ ਹੋਰ ਜਿਹੜੇ ਰੈਸਟ ਹਾਊਸ ਹੁੰਦੇ ਨੇ, ਜਿਵੇਂ ਕਿ ਅੱਜ ਕੱਲ੍ਹ ਲੋਕ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਂਦੇ ਨੇ ਤੇ ਉਹਨਾਂ ਦੇ ਆਰਾਮ ਕਰਨ ਲਈ ਵੀ ਇਹਨਾਂ ਵੱਲੋਂ ਘਰ ਬਣਾਏ ਗਏ। ਜਿਹੜੇ ਯਾਤਰੀ ਹੁੰਦੇ ਨੇ ਇਹਨਾਂ ਵੱਲੋਂ ਜਿਹੜੇ ਖੂਹ ਹੁੰਦੇ ਨੇ ਜੀ ਉਹਨਾਂ ਦੀ ਵੀ ਖੁਦਾਈ ਕਰਵਾਈ ਗਈ ਕਿ ਲੋਕਾਂ ਨੂੰ ਪਾਣੀ ਪੀਣ ਦੀ ਦਿੱਕਤ ਨਾ ਹੋਵੇ। ਇਹਨਾਂ ਨੇ ਹਸਪਤਾਲ ਵੀ ਬਣਾਏ, ਲੋਕਾਂ ਲਈ ਤਾਂ ਬਣਾਏ ਹੀ ਬਣਾਏ, ਬਟ ਜਾਨਵਰਾਂ ਲਈ ਵੀ ਇਹਨਾਂ ਦੁਆਰਾ ਹਸਪਤਾਲ ਬਣਾਏ ਗਏ ਸੀ। ਮੋਰਲ ਵੈਲਿਊਜ਼ ਹੁੰਦੀਆਂ ਨੇ, ਜਿਹੜੀਆਂ ਨੈਤਿਕਤਾ ਹੁੰਦੀਆਂ ਨੇ, ਇਹਨਾਂ ਨੂੰ ਫੈਲਾਉਣ ਲਈ ਵੀ ਇਹਨਾਂ ਨੇ ਕੁਝ ਲੋਕਾਂ ਨੂੰ ਰੱਖਿਆ ਹੋਇਆ ਸੀਗਾ ਕਿ ਜਿਹੜੇ ਮੋਰਲ ਵੈਲਿਊਜ਼ ਨੂੰ ਸਪਰੈਡ ਕਰਨ ਇੱਕ ਥਾਂ ਤੋਂ ਦੂਜੀ ਥਾਂ ਤੱਕ। ਸਾਰਿਆਂ ਨੂੰ ਇਹਨਾਂ ਨੇ ਕਿਹਾ ਕਿ ਤੁਸੀਂ ਵਾਇਲੈਂਸ ਬਿਲਕੁਲ ਨਾ ਕਰੋ, ਲੜਾਈ ਝਗੜਾ ਬਿਲਕੁਲ ਨਾ ਕਰੋ, ਆਪ ਦੇ ਵੱਡੇ ਵਡੇਰਿਆਂ ਦਾ ਰਿਸਪੈਕਟ ਕਰੋ, ਉਹਨਾਂ ਦੀ ਇੱਜ਼ਤ ਮਾਣ ਸਨਮਾਨ ਕਰੋ ਤੇ ਤੁਸੀਂ ਹਮੇਸ਼ਾ ਹੀ ਜਿਹੜੇ ਤੁਹਾਡੇ ਤੋਂ ਛੋਟੇ ਨੇ ਜਾਂ ਫਿਰ ਤੁਹਾਡੇ ਜਿਹੜੇ ਨੌਕਰ ਹੋ ਸਕਦੇ ਨੇ, ਜਾਨਵਰ ਹੁੰਦੇ ਨੇ, ਸਾਰਿਆਂ ਨਾਲ ਹੀ ਤੁਸੀਂ ਬੜਾ ਹੀ ਪੋਲਾਈਟ ਵੇ ਨਾਲ ਗੱਲ ਕਰੋ। ਐਂਡ ਟੋਲਰੈਂਸ ਦੀ ਜਿਹੜੀ ਗੱਲ ਹੈਗੀ ਹੈ, ਸਹਿਣਸ਼ੀਲਤਾ ਆਪਾਂ ਕਹਿ ਦਿੰਦੇ ਆ ਜੀ, ਮਤਲਬ ਸਹਿਣਸ਼ੀਲਤਾ ਜਿਹੜੀ ਹੈਗੀ ਆ ਇਹ ਤੁਸੀਂ ਆਪ ਦੇ ਵਿੱਚ ਡਿਵੈਲਪ ਕਰੋ। ਤੁਸੀਂ ਦਾਨ ਵਗੈਰਾ ਵੀ ਕਰ ਸਕਦੇ ਆ, ਗਰੀਬਾਂ ਨੂੰ ਧਾਰਮਿਕ ਵੀ ਦਾਨ ਦੇ ਸਕਦੇ ਆ। ਤੇ ਇਹਨਾਂ ਦੀਆਂ ਜਿਹੜੀਆਂ ਟੀਚਿੰਗ ਸੀਗੀਆਂ ਇਹਨਾਂ ਨੂੰ ਇਹਨਾਂ ਨੇ ਨਾਮ ਦਿੱਤਾ ਧੰਮਾ ਆਫ ਅਸ਼ੋਕ। ਧੰਮਾ, ਠੀਕ ਹੈ ਜੀ, ਧੰਮ ਕਹਿ ਦਿੰਦੇ ਆਪਾਂ ਪੰਜਾਬੀ ਵਿੱਚ, ਧੰਮ ਅਸ਼ੋਕ ਦੇ ਧੰਮ, ਮਤਲਬ ਜਿਹੜੀਆਂ ਵੀ ਇਹ ਚੰਗੀਆਂ ਚੰਗੀਆਂ ਗੱਲਾਂ ਕਰਦੇ ਸੀਗੇ, ਟੀਚਿੰਗਸ ਦੀਆਂ ਗੱਲਾਂ ਕਰਦੇ ਸੀ, ਜਿਹੜੀਆਂ ਵੀ ਇਹਨਾਂ ਦੀਆਂ ਟੀਚਿੰਗ ਸੀਗੀਆਂ, ਇਹਨਾਂ ਨੂੰ ਹੀ ਇਹਨਾਂ ਨੇ ਅਸ਼ੋਕ ਦਾ ਧੰਮ ਕਿਹਾ ਗਿਆ। ਅਸ਼ੋਕਾ ਦੀ ਜਿਹੜੀ ਮ੍ਰਿਤਿੂ ਹੈਗੀ ਆ ਉਹ ਕਦੋਂ ਮਰ ਗਿਆ ਸੀ? 232 BC ਦੇ ਵਿੱਚ ਇਹਨਾਂ ਦੀ ਮ੍ਰਿਤਿੂ ਹੋ ਗਈ ਸੀਗੀ। ਤੇ ਮੌਰਿਆ ਜਿਹੜਾ ਐਮਪਾਇਰ ਸੀਗਾ, ਇਹਨਾਂ ਦਾ ਜਿਹੜਾ ਸ਼ਾਸਨ ਸੀਗਾ ਜੀ ਉਹ ਟੁੱਟ ਗਿਆ ਬਿਲਕੁਲ ਹੀ, ਕਿਉਂਕਿ ਇਹਨਾਂ ਤੋਂ ਬਾਅਦ ਜਿਹੜੇ ਵੀ ਇਹਨਾਂ ਦੇ ਵੰਸ਼ ਆਏ ਉਹ ਬੜੇ ਹੀ ਇਨਕੰਪੀਟੈਂਟ ਸੀਗੇ। ਉਹਨਾਂ ਦੇ ਵਿੱਚ ਉਹ ਗੱਲ ਨਹੀਂ ਸੀਗੀ ਜਿਹੜੀ ਕਿ ਇਹਨਾਂ ਦੇ ਵਿੱਚ ਗੱਲ ਸੀਗੀ, ਬੜੇ ਹੀ ਕਮਜ਼ੋਰ ਕਹਿ ਸਕਦੇ ਆ, ਕਮਜ਼ੋਰ ਜਿਹੜੇ ਰਾਜਾ ਸੀਗੇ ਇਹਨਾਂ ਤੋਂ ਬਾਅਦ ਆਏ। ਤੇ ਲਾਸਟ ਜਿਹੜੇ ਇਹਨਾਂ ਦੇ ਕਹਿ ਸਕਦੇ ਆ ਕਿ ਜਿਹੜੇ ਸ਼ਾਸਕ ਸੀਗੇ ਉਹਦਾ ਨਾਮ ਸੀਗਾ ਜੀ ਬ੍ਰਿਹਦਰਥਾ। ਬ੍ਰਿਹਦਰਥਾ ਨਾਮ ਦੇ ਇੱਕ ਪਰਸਨ ਆਏ, ਉਹ ਬਹੁਤ ਹੀ ਕਮਜ਼ੋਰ ਕਹਿ ਸਕਦੇ ਆ, ਜਿਨ੍ਹਾਂ ਨੂੰ ਮਾਰ ਦਿੱਤਾ ਗਿਆ ਕਮਾਂਡਰ ਇਨ ਚੀਫ ਪੁਸ਼ਯਮਿਤਰ ਸ਼ੁੰਗ ਨੇ। ਪੁਸ਼ਯਮਿਤਰ ਸ਼ੁੰਗ ਨੇ ਬ੍ਰਿਹਦਰਥ ਨੂੰ ਮਾਰ ਦਿੱਤਾ ਤੇ ਉਹਨਾਂ ਦਾ ਜਿਹੜਾ ਸ਼ਾਸਨ ਸੀਗਾ ਸ਼ੁੰਗ ਵੰਸ਼ ਦਾ, ਇਸ ਦੇ ਨਾਲ ਹੀ ਜਿਹੜਾ ਸ਼ੁੰਗ ਵੰਸ਼ ਦਾ ਜਿਹੜਾ ਸ਼ਾਸਨ ਸੀਗਾ ਉਹਨਾਂ ਦੀ ਜਿਹੜੀ ਗੱਲ ਹੈਗੀ ਉਹ ਚੱਲ ਪਈ। ਇਸ ਤੋਂ ਪਹਿਲਾਂ ਆਪਾਂ ਸ਼ੁੰਗ ਵੰਸ਼ ਨੂੰ ਆਪਾਂ ਥੋੜਾ ਜਿਹਾ ਤਾਂ ਪੜਾਂਗੇ ਹੀ, ਬਟ ਇਸ ਤੋਂ ਪਹਿਲਾਂ ਆਪਾਂ ਜਿਹੜਾ ਕਿ ਚੰਦਰਗੁਪਤ ਮੌਰਿਆ ਦਾ ਜਾਂ ਫਿਰ ਮੌਰਿਆ ਦਾ ਜਿਹੜਾ ਪ੍ਰਸ਼ਾਸਨ ਸੀ ਉਹ ਕਿਵੇਂ ਚੱਲਦਾ ਸੀਗਾ, ਲੋਕਾਂ ਦੀ ਜ਼ਿੰਦਗੀ ਬਾਰੇ ਪਹਿਲਾਂ ਆਪਾਂ ਇਹਨਾਂ ਗੱਲਾਂ ਨੂੰ ਡਿਸਕਸ ਕਰ ਲੈਂਦੇ ਆ। ਮੌਰਿਆ ਦਾ ਜਿਹੜਾ ਪ੍ਰਸ਼ਾਸਨ ਸੀ, ਐਡਮਿਨਿਸਟ੍ਰੇਸ਼ਨ ਸੀਗਾ, ਉਹ ਕਿਸ ਤਰ੍ਹਾਂ ਚੱਲਦਾ ਸੀਗਾ, ਇਹਦੇ ਬਾਰੇ ਆਪਾਂ ਨੂੰ ਜਿਹੜੀ ਜਾਣਕਾਰੀ ਹੈਗੀ ਆ ਉਹ ਕਿੱਥੋਂ ਮਿਲਦੀ ਆ? ਇਹ ਆਪਾਂ ਨੂੰ ਅਰਥਸ਼ਾਸਤਰਾ ਨਾਮ ਦੀ ਕਿਤਾਬ ਕਿਹਨੇ ਲਿਖੀ ਸੀ? ਕੌਟਿਲਿਆ ਨੇ ਲਿਖੀ ਸੀ। ਇਸ ਕਿਤਾਬ ਤੋਂ ਹੀ ਆਪਾਂ ਨੂੰ ਮੌਰਿਆ ਐਡਮਿਨਿਸਟ੍ਰੇਸ਼ਨ ਬਾਰੇ ਪਤਾ ਲੱਗਦਾ ਹੈ। ਤੇ ਹੋਰ ਵੀ ਜਿਹੜੀ ਗੱਲ ਹੈਗੀ ਆ, ਇੰਡਿਕਾ ਨਾਮ ਦੀ ਜਿਹੜੀ ਕਿਤਾਬ ਹੈਗੀ ਆ ਇਹ ਮੈਗਸਥਨੀਜ਼ ਨਾਮ ਦੇ ਪਰਸਨ ਨੇ ਲਿਖੀ ਸੀਗੀ, ਜਿੱਥੇ ਆਪਾਂ ਨੂੰ ਮੌਰਿਆਂ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਜਿਹੜਾ ਪ੍ਰਸ਼ਾਸਨ ਸੀਗਾ ਉਹਦੇ ਬਾਰੇ ਸਾਰੀ ਜਾਣਕਾਰੀ ਆਪਾਂ ਨੂੰ ਇਹਨਾਂ ਕਿਤਾਬਾਂ ਤੋਂ ਹੀ ਵੇਖਣ ਨੂੰ ਮਿਲਦੀ ਹੈ। ਜਿਹੜਾ ਰਾਜਾ ਹੁੰਦਾ ਸੀਗਾ ਉਹ ਹੈਡ ਆਫ ਦਾ ਸਟੇਟ ਹੁੰਦਾ ਸੀ, ਭਾਵ ਕਿ ਉਹ ਬੜਾ ਹੀ ਸ਼ਕਤੀਸ਼ਾਲੀ ਪਰਸਨ ਹੁੰਦਾ ਸੀ। ਐਂਡ ਇਹਨਾਂ ਦੇ ਪ੍ਰਸ਼ਾਸਨ ਦੇ ਵਿੱਚ ਜਦੋਂ ਵੀ ਕੋਈ ਜੰਗ ਵਗੈਰਾ ਲੱਗਦੀ ਸੀਗੀ, ਇਹ ਆਪਦੀ ਆਰਮੀ ਨੂੰ ਲੈ ਜਾਂਦੇ ਸੀਗੇ ਜੰਗ ਦੇ ਉੱਤੇ। ਜਿਹਨਾਂ ਲੋਕਾਂ ਨਾਲ ਨਿਆਂ ਨਹੀਂ ਹੁੰਦਾ ਸੀਗਾ ਉਹਨਾਂ ਨਾਲ ਨਿਆਂ ਕੀਤਾ ਜਾਂਦਾ ਸੀ, ਲੋਕਾਂ ਤੇ ਟੈਕਸ ਵੀ ਲਗਾਏ ਜਾਂਦੇ ਸੀ। ਮਤਲਬ ਇਹ ਕਿ ਵੇਖ ਲਓ ਟੈਕਸੇਸ਼ਨ ਸਿਸਟਮ ਉੱਥੇ ਕਾਫੀ ਜ਼ਿਆਦਾ ਤੁਹਾਨੂੰ ਵੇਖਣ ਨੂੰ ਮਿਲਦਾ ਹੈਗਾ। ਤੇ ਇਹਨਾਂ ਕੋਲੇ ਕਾਉਂਸਲਸ ਆਫ ਮਿਨਿਸਟਰ ਵੀ ਵੇਖਣ ਨੂੰ ਮਿਲਦੀ ਹੈ, ਜਿਵੇਂ ਕਿ ਅੱਜ ਕੱਲ੍ਹ ਹੁੰਦੀ ਹੈ ਨਾ ਕੈਬਨਿਟ ਮਿਨਿਸਟਰੀ ਹੁੰਦੀ ਹੈ, ਵੀ ਸਾਰੇ ਜਿਹੜੀ ਕੈਬਨਿਟ ਹੁੰਦੀ ਹੈ, ਸਿੱਖਿਆ ਮੰਤਰੀ ਹੋ ਗਿਆ, ਕੋਲਾ ਮੰਤਰੀ ਹੋ ਗਿਆ, ਇਹ ਸਾਰੇ ਹੀ ਪ੍ਰਧਾਨ ਮੰਤਰੀ ਦੀ ਹੈਲਪ ਕਰਦੇ ਨੇ। ਸੋ ਇਸੇ ਤਰ੍ਹਾਂ ਹੀ ਜਾਂ ਫਿਰ CM ਦੀ ਹੈਲਪ ਕਰਦੇ ਨੇ। ਇਸੇ ਤਰ੍ਹਾਂ ਹੀ ਇਹਦੇ ਵਿੱਚ ਵੀ ਤੁਹਾਨੂੰ ਕਾਉਂਸਲਸ ਆਫ ਮਿਨਿਸਟਰ ਵੇਖਣ ਨੂੰ ਮਿਲਦੇ ਹੈਗੇ ਆ, ਜਿਵੇਂ ਕਿ ਇਹਦੇ ਵਿੱਚ ਵੀ ਮੰਤਰੀ ਹੁੰਦੇ ਸੀਗੇ ਜਾਂ ਫਿਰ ਮੰਤਰੀਜ਼ ਆਫ ਅਮਾਤਿਆਜ਼, ਜਿਹਦੇ ਵਿੱਚ ਹਾਈ ਰੈਂਕਿੰਗ ਅਫਸਰ ਵੀ ਹੁੰਦੇ ਸੀਗੇ, ਜਿਵੇਂ ਕਿ ਕ੍ਰਾਊਨ ਪ੍ਰਿੰਸ ਹੋ ਗਿਆ, ਰਾਜਕੁਮਾਰ ਕਹਿ ਸਕਦੇ ਆ। ਇਸ ਤੋਂ ਬਾਅਦ ਜਿਹੜਾ ਟ੍ਰੈਜ਼ਰ ਹੁੰਦਾ ਹੈ ਜੀ, ਟ੍ਰੈਜ਼ਰ ਜਿਹੜਾ ਕਿ ਖਜ਼ਾਨਚੀ ਹੁੰਦਾ ਹੈ, ਕਲੈਕਟਰ ਜਨਰਲ ਆਫ ਟੈਕਸਸ ਜਿਹੜਾ ਕਿ ਟੈਕਸ ਵਗੈਰਾ ਇਕੱਠੇ ਕਰਦਾ ਹੈ। ਸੋ ਇਸ ਤਰ੍ਹਾਂ ਦੇ ਜਿਹੜੇ ਆਫਸਰਸ ਹੁੰਦੇ ਨੇ, ਅਕਾਊਂਟੈਂਟ ਜਨਰਲ ਐਂਡ ਸੈਵਰਲ ਡਾਇਰੈਕਟਰ ਆਫ ਸੈਪਰੇਟ ਡਿਪਾਰਟਮੈਂਟਸ, ਭਾਵ ਇਹ ਕਿ ਇੱਥੇ ਤੁਹਾਨੂੰ ਵੱਖਰੇ ਵੱਖਰੇ ਜਿਹੜੇ ਆਫਸਰਸ ਹੈਗੇ ਉਹ ਤੁਹਾਨੂੰ ਵੇਖਣ ਨੂੰ ਮਿਲਦੇ ਹੈਗੇ ਆ, ਜਿਵੇਂ ਕਿ ਵੱਖਰਾ ਵੱਖਰਾ ਡਿਪਾਰਟਮੈਂਟ ਫੋਰੈਸਟ ਜੰਗਲਾਂ ਨੂੰ ਵੇਖਦਾ ਸੀਗਾ, ਮਾਈਨਸ ਨੂੰ ਵੇਖਦਾ ਸੀ, ਫੋਰਨ ਜਿਹੜੇ ਟਰੈਵਲਰਸ ਹੁੰਦੇ ਸੀਗੇ, ਇਹਨਾਂ ਸਾਰਿਆਂ ਨੂੰ ਹੀ ਵੱਖਰੇ ਵੱਖਰੇ ਢੰਗ ਨਾਲ ਮੈਨੇਜ ਕੀਤਾ ਜਾਂਦਾ ਸੀ। ਇਹ ਜਿਹੜਾ ਐਮਪਾਇਰ ਸੀਗਾ ਜਿਹਨੂੰ ਆਪਾਂ ਸਮਰਾਜ ਵੀ ਕਹਿੰਦੇ ਆ, ਜਿਹੜਾ ਇਹ ਐਮਪਾਇਰ ਸੀ ਇਹਨੂੰ ਆਪਾਂ ਕੁਝ ਪ੍ਰੋਵਿੰਸਸ ਦੇ ਵਿੱਚ ਵੰਡ ਦਿੰਨੇ ਆ।
ਇਹਨਾਂ ਨੂੰ ਆਪਾਂ ਸੂਬਿਆਂ ਵਿੱਚ ਵੰਡ ਦਿੰਦੇ ਆ ਜੀ। ਤੇ ਇੱਥੇ ਤੁਹਾਨੂੰ ਕਾਫੀ ਸਾਰੇ ਜਿਹੜੇ ਆਫਿਸਰਸ ਹੈਗੇ ਆ ਉਹ ਵੇਖਣ ਨੂੰ ਮਿਲਦੇ ਸੀਗੇ, ਜਿਵੇਂ ਕਿ ਇੱਥੇ ਹੋ ਗਿਆ ਰਾਜੁਕ, ਮਹਾਮਾਤਰਾ, ਯੁਕਤਾ। ਸੋ ਇਸ ਤਰ੍ਹਾਂ ਦੇ ਜਿਹੜੇ ਤੁਹਾਨੂੰ ਆਫਿਸਰਸ ਹੈਗੇ ਆ ਜੀ, ਇਹ ਕੁਝ ਜਿਹੜੇ ਕਿ ਸੂਬੇ ਸੀਗੇ ਇਹ ਤੁਹਾਨੂੰ ਵੇਖਣ ਨੂੰ ਮਿਲਦੇ ਸੀਗੇ। ਐਂਡ ਇਹਨਾਂ ਦੀ ਸੈਨਾ ਵਿੱਚ ਤੁਹਾਨੂੰ ਇਨਫੈਂਟਰੀ, ਪੈਦਲ ਤੁਰ ਕੇ ਜਾਣ ਵਾਲੇ ਸੈਨਿਕ, ਘੋੜਿਆਂ ਦੇ ਘੋੜਸਵਾਰ ਵਾਲੇ ਸੈਨਿਕ, ਹਾਥੀਆਂ ਤੇ ਜਾਣ ਵਾਲੇ ਜਿਹੜੇ ਸੈਨਿਕ ਹੈਗੇ ਨੇ ਜੀ, ਤੇ ਚੈਰਿਟ ਜਿਹੜੇ ਰੱਥ ਵਗੈਰਾ ਹੁੰਦੇ ਨੇ ਜੀ, ਇਹ ਤੁਹਾਨੂੰ ਸਾਰੀਆਂ ਚੀਜ਼ਾਂ ਵੇਖਣ ਨੂੰ ਮਿਲਦੀਆਂ ਸੀਗੀਆਂ। ਇਹਨਾਂ ਕੋਲ ਨੇਵਲ ਫੋਰਸ ਵੀ ਹੁੰਦੀ ਸੀਗੀ, ਪਾਣੀ ਦੇ ਵਿੱਚ ਵਾਲੀ ਜਿਹੜੀ ਸੈਨਾ ਹੁੰਦੀ ਆ ਉਹ ਵੀ ਇੱਥੇ ਤੁਹਾਨੂੰ ਵੇਖਣ ਨੂੰ ਮਿਲਦੀ ਹੈਗੀ ਆ। ਸਪਾਈ ਸਿਸਟਮ ਵੀ ਇੱਥੇ ਤੁਹਾਨੂੰ ਵੇਖਣ ਨੂੰ ਮਿਲਦਾ ਹੈਗਾ ਕਿ ਲੋਕਾਂ ਦੀ ਜਸੂਸੀ ਕਰਨ ਲਈ ਵੀ ਇੱਥੇ ਇਹਨਾਂ ਨੇ ਸਿਸਟਮ ਬਣਾਇਆ ਹੋਇਆ ਸੀਗਾ। ਮਤਲਬ ਇਹ ਸਾਰੀਆਂ ਚੀਜ਼ਾਂ ਹੀ ਕਾਫੀ ਜ਼ਿਆਦਾ ਇਹਨਾਂ ਵੱਲੋਂ ਵਧੀਆ ਬਣਾਈਆਂ ਗਈਆਂ ਸੀਗੀਆਂ। ਜਿਵੇਂ ਇਹਨਾਂ ਨੇ ਜਸੂਸ ਵਗੈਰਾ ਰੱਖੇ ਹੁੰਦੇ ਸੀਗੇ ਜਿਹੜੇ ਕਿ ਦੁਸ਼ਮਣਾਂ ਦੀ ਜਿਹੜੀ ਖਬਰ ਹੈਗੀ ਆ ਇਹਨਾਂ ਤੱਕ ਪਹੁੰਚਾਉਂਦੇ ਸੀਗੇ, ਤੇ ਲੋਕਾਂ ਦੀਆਂ ਜਿਹੜੀਆਂ ਐਕਟੀਵਿਟੀਜ਼ ਹੈਗੀਆਂ ਕਿ ਉਹਨਾਂ ਨੇ ਕੁਝ ਜਸੂਸ ਲੋਕਾਂ ਦੇ ਵਿੱਚ ਛੱਡ ਦਿੱਤੇ, ਤੇ ਲੋਕਾਂ ਦੁਆਰਾ ਪਤਾ ਲੱਗ ਜਾਂਦਾ ਹੁੰਦਾ ਸੀਗਾ ਕਿ ਲੋਕ ਕੀ ਸੋਚ ਰਹੇ ਨੇ ਸਰਕਾਰ ਬਾਰੇ। ਜਿਹੜੇ ਵੀ ਰਾਜਾ ਹੁੰਦੇ ਸੀਗੇ ਉਹਨਾਂ ਬਾਰੇ ਕੀ ਸੋਚਿਆ ਜਾਂਦਾ ਸੀਗਾ। ਸੋਸ਼ਲ ਐਂਡ ਇਕਨੋਮਿਕ ਕੰਡੀਸ਼ਨ ਦੀ ਜੇਕਰ ਆਪਾਂ ਗੱਲ ਕਰੀਏ, ਉੱਥੇ ਦੇ ਸਮਾਜਿਕ ਤੇ ਆਰਥਿਕ ਜੀਵਨ ਕਿਹੋ ਜਿਹਾ ਸੀਗਾ, ਤੇ ਉੱਥੇ ਦੀ ਜਿਹੜੀ ਸੋਸਾਇਟੀ ਸੀਗੀ, ਜਿਹੜਾ ਸਮਾਜਿਕ ਜੀਵਨ ਸੀਗਾ ਉਹ ਕੁਝ ਉਸ ਤਰ੍ਹਾਂ ਦਾ ਹੀ ਸੀ ਜਿਵੇਂ ਕਿ ਆਪਾਂ ਮਹਾਜਨ ਪਦ ਵਾਲੇ ਟਾਈਮ ਦੇ ਵਿੱਚ ਪੜ੍ਹਿਆ ਸੀਗਾ। ਦੂਰੋਂ ਜਿਹੜੇ ਫੋਰੇਨਰਸ ਹੁੰਦੇ ਨੇ ਉਹ ਇੱਥੇ ਆ ਰਹੇ ਸੀਗੇ, ਜਿਵੇਂ ਪਾਟਿਲ ਪੁੱਤਰਾ ਹੋ ਗਿਆ, ਤਕਸ਼ਸ਼ੀਲਾ ਹੋ ਗਿਆ ਐਂਡ ਵਾਰਾਣਸੀ ਹੋ ਗਿਆ। ਇੱਥੇ ਦੂਸਰੇ ਦੇਸ਼ਾਂ ਤੋਂ ਲੋਕ ਆਉਂਦੇ ਸੀਗੇ ਸਿੱਖਣ ਲਈ, ਕਿਉਂਕਿ ਇਹ ਸੈਂਟਰ ਸੀਗੇ ਲਰਨਿੰਗ ਦੇ। ਇੱਥੇ ਕੁਝ ਯੂਨੀਵਰਸਿਟੀਜ਼ ਵੀ ਤੁਹਾਨੂੰ ਵੇਖਣ ਨੂੰ ਮਿਲਦੀਆਂ ਸੀਗੀਆਂ, ਤੇ ਇੱਥੇ ਦੀਆਂ ਜਿਹੜੀਆਂ ਮਹਿਲਾਵਾਂ ਸੀਗੀਆਂ ਇੱਥੇ ਇਹਨਾਂ ਨੂੰ ਕਾਫੀ ਜ਼ਿਆਦਾ ਆਜ਼ਾਦੀ ਦਿੱਤੀ ਜਾਂਦੀ ਸੀਗੀ। ਜਿਹੜੇ ਵੱਖ-ਵੱਖ ਧਰਮਾਂ ਦੇ ਜਿਹੜੇ ਲੋਕ ਰਹਿੰਦੇ ਸੀਗੇ ਉਹ ਇਕੱਠੇ ਰਹਿੰਦੇ ਸੀਗੇ ਤੇ ਇੱਕ ਦੂਜੇ ਦੀ ਰਿਸਪੈਕਟ ਕਰਦੇ ਸੀ। ਬਟ ਜੇਕਰ ਆਪਾਂ ਅੱਜ ਦੀ ਗੱਲ ਕਰੀਏ, ਫਿਰ ਅੱਜ ਵੀ ਚਲੋ ਹੈਗਾ ਪਿਆਰ, ਬਟ ਕੁਝ ਰਾਜਨੀਤੀ ਵਾਲੇ ਪਰਸਨਾਂ ਕਰਕੇ ਮਤਲਬ ਇਹਨਾਂ ਦੇ ਵਿੱਚ ਫਿੱਕ ਵਗੈਰਾ ਪੈ ਰਹੀ ਆ। ਸੋ ਇਹਨਾਂ ਗੱਲਾਂ ਨੂੰ ਆਪਾਂ ਸਾਈਡ ਕਰਦੇ ਹਾਂ। ਆਪਾਂ ਗੱਲ ਕਰ ਰਹੇ ਸੀਗੇ ਕਿ ਉਸ ਟਾਈਮ ਦੇ ਵਿੱਚ ਜਿਹੜੇ ਲੋਕ ਹੈਗੇ ਨੇ ਦੂਜੇ ਧਰਮਾਂ ਦੇ, ਉਹ ਇੱਕ ਦੂਜੇ ਨਾਲ ਬੜੇ ਹੀ ਪਿਆਰ ਨਾਲ ਰਹਿੰਦੇ ਹੁੰਦੇ ਸੀ। ਇਸ ਟਾਈਮ ਦੇ ਵਿੱਚ ਵੀ ਜਿਹੜੇ ਲੋਕ ਉਤਪਾਦਨ ਕਰਦੇ ਸੀਗੇ, ਖੇਤੀਬਾੜੀ ਕਰਦੇ ਸੀਗੇ, ਇਹਨਾਂ ਨੂੰ ਟੈਕਸ ਦੇ ਰੂਪ ਵਿੱਚ 1/6 ਭਾਗ ਜਿਹੜਾ ਹੈਗਾ 1/6 ਭਾਗ ਆਪਦੀ ਪ੍ਰੋਡਿਊਸ ਦਾ ਉਹ ਦੇਣਾ ਪੈਂਦਾ ਸੀਗਾ। ਤੇ ਇੱਥੇ ਇਰੀਗੇਸ਼ਨ ਤੇ ਵੀ ਜਿਹੜਾ ਟੈਕਸ ਹੈਗਾ ਜੀ ਉਹ ਲੱਗਦਾ ਸੀਗਾ, ਫੋਰੈਸਟ ਤੇ, ਮਾਈਨਸ ਕਸਟਮ ਤੇ, ਟ੍ਰੇਡ ਐਂਡ ਮੈਨੂਫੈਕਚਰ ਤੇ ਇਹ ਜਿਹੜੇ ਪੈਸੇ ਇਕੱਠੇ ਕੀਤੇ ਜਾਂਦੇ ਸੀਗੇ, ਇਹਨਾਂ ਨੂੰ ਬਾਅਦ ਵਿੱਚ ਜਿਵੇਂ ਕਿ ਅੱਜ ਕੱਲ੍ਹ ਦਿੱਤੇ ਜਾਂਦੇ ਆ ਨਾ, ਸੈਲਰੀਜ਼ ਵਗੈਰਾ ਦਿੱਤੀਆਂ ਜਾਂਦੀਆਂ ਨੇ ਜਿਹੜੇ ਸਰਕਾਰੀ ਮੁਲਾਜ਼ਮ ਹੁੰਦੇ ਨੇ, ਉਸ ਤਰ੍ਹਾਂ ਹੀ ਇਹਨਾਂ ਦੇ ਵਿੱਚ ਵੀ ਸੈਲਰੀ ਵਗੈਰਾ ਦੇ ਦਿੰਦੇ ਸੀ। ਜਾਂ ਫਿਰ ਲੋਕਾਂ ਦੀ ਜਿਹੜੀ ਭਲਾਈ ਵਾਸਤੇ ਜਿਹੜੇ ਕੰਮ ਹੁੰਦੇ ਨੇ, ਜਿਵੇਂ ਕਿ ਕੋਈ ਸੜਕ ਬਣਾਉਣੀ ਹੋਈ, ਕੋਈ ਇਹਨਾਂ ਨੇ ਇਰੀਗੇਸ਼ਨ ਦਾ ਕੰਮ ਕਰਨਾ ਹੋਇਆ, ਕੋਈ ਹੋਰ ਵੀ ਐਕਟੀਵਿਟੀਜ਼ ਹੋ ਸਕਦੀਆਂ ਨੇ, ਲੋਕਾਂ ਦੇ ਕਲਿਆਣ ਵਾਸਤੇ ਜਿਹੜੇ ਕੰਮ ਕੀਤੇ ਜਾਂਦੇ ਨੇ, ਇਹ ਪੈਸੇ ਲੈ ਕੇ ਇਹਨਾਂ ਤੇ ਹੀ ਲਗਾਉਂਦੇ ਹੁੰਦੇ ਸੀਗੇ। ਚੰਦਰਗੁਪਤਾ ਮੌਰਿਆ ਨੇ ਇੱਥੇ ਇੱਕ ਬਹੁਤ ਹੀ ਵੱਡੀ ਜਿਹੜੀ ਲੇਕ ਸੀਗੀ ਸੁਦਰਸ਼ਨ ਲੇਕ, ਜਿਹੜੀ ਕਿ ਤੁਹਾਨੂੰ ਗੁਜਰਾਤ ਵਿੱਚ ਵੇਖਣ ਨੂੰ ਮਿਲਦੀ ਆ, ਇਹ ਵੀ ਇਹਨਾਂ ਦੁਆਰਾ ਬਣਾਈ ਗਈ ਸੀਗੀ। ਸੁਦਰਸ਼ਨ ਲੇਕ ਦਾ ਨਾਮ ਹੈਗਾ ਜੀ ਸੁਦਰਸ਼ਨ ਝੀਲ, ਗੁਜਰਾਤ ਦੇ ਵਿੱਚ ਪਾਣੀ ਦੇਣ ਲਈ ਇਹ ਜਿਹੜੀ ਝੀਲ ਸੀਗੀ ਜੀ ਇਹ ਬਣਾਈ ਗਈ ਸੀ। ਆਰਟ ਐਂਡ ਆਰਕੀਟੈਕਚਰ ਦੀ ਜੇਕਰ ਆਪਾਂ ਗੱਲ ਕਰਦੇ ਹਾਂ ਕਿ ਉੱਥੇ ਜਿਹੜੀ ਕਲਾ ਸੀਗੀ ਉਹ ਕਿਸ ਤਰ੍ਹਾਂ ਤੁਹਾਨੂੰ ਵੇਖਣ ਨੂੰ ਮਿਲਦੀ ਹੈ। ਮੌਰਿਆ ਸ਼ਾਸਨ ਦੇ ਵਿੱਚ, ਇਹਨਾਂ ਦੇ ਸਾਮਰਾਜ ਵਿੱਚ ਮੰਨਿਆ ਜਾਂਦਾ ਕਿ ਜਿਹੜੇ ਮੌਰਿਆਨ ਸੀਗੇ ਜੀ ਇਹ ਬਹੁਤ ਹੀ ਜ਼ਿਆਦਾ ਲਵਰ ਸੀਗੇ ਆਰਟ ਦੇ। ਆਰਟ ਨਾਲ ਇਹਨਾਂ ਨੂੰ ਬੜਾ ਪਿਆਰ ਸੀਗਾ। ਚੰਦਰਗੁਪਤ ਮੌਰਿਆ ਨੇ ਇੱਥੇ ਬਹੁਤ ਹੀ ਸੋਹਣੇ ਜਿਹੜੇ ਮਹਿਲ ਹੁੰਦੇ ਨੇ ਜੀ, ਪੈਲੇਸਿਸ ਹੁੰਦੇ ਨੇ, ਇਹ ਬਣਾਏ ਗਏ ਸੀਗੇ। ਤੇ ਇਸ ਦੇ ਦੁਆਰਾ ਮਤਲਬ ਇਹਦੇ ਬਾਰੇ, ਇਸ ਮਹਿਲਾਂ ਬਾਰੇ ਜਿਹੜੀ ਗੱਲ ਹੈਗੀ ਆ, ਕੌਣ ਦੱਸਦਾ ਹੈਗਾ? ਮੈਗਸਥਨੀਜ਼ ਪਰਸਨ ਆਇਆ ਸੀ ਜਿਹੜਾ ਕਿ ਸੈਲੂਕਸ ਦਾ ਐਂਬੈਸਡਰ ਸੀ। ਉਹ ਇੱਥੇ ਕਾਫੀ ਕੁਝ ਲਿਖ ਕੇ ਗਿਆ ਸੀਗਾ। ਇਹਨੇ ਇੰਡਿਕਾ ਨਾਮ ਦੀ ਕਿਤਾਬ ਲਿਖੀ ਸੀ। ਉਹਨੇ ਇਹ ਸਾਰੀਆਂ ਗੱਲਾਂ ਲਿਖੀਆਂ ਸੀਗੀਆਂ ਕਿ ਇੱਥੇ ਕਿੰਨਾ ਸੋਹਣਾ ਕਿਹੜੀ ਜਿਹੜੀ ਚੀਜ਼ ਹੈਗੀ ਆ ਬਣਾਈ ਗਈ ਸੀਗੀ। ਅਸ਼ੋਕਾ ਗॉट ਅ ਲਾਰਜ ਨੰਬਰ ਆਫ ਸਤੂਪਾਸ ਬਿਲਟ। ਅਸ਼ੋਕਾ ਵੀ ਸੀਗਾ ਨਾ ਜਿਹੜਾ ਕਿ ਇਹਨਾਂ ਦੇ ਹੀ ਵੰਸ਼ ਤੋਂ ਸੰਬੰਧ ਰੱਖਦਾ ਸੀ। ਇਹਨਾਂ ਨੇ ਵੀ ਕਾਫੀ ਜ਼ਿਆਦਾ ਜਿਹੜੇ ਸਤੂਪ ਹੁੰਦੇ ਨੇ ਜੀ, ਸਤੂਪਾਸ ਹੁੰਦੇ ਨੇ, ਉਹ ਬਣਾਏ ਗਏ ਸੀਗੇ। ਜਿਵੇਂ ਮੱਧ ਪ੍ਰਦੇਸ਼ ਦਾ ਜਿਹੜਾ ਸਾਂਚੀ ਸਤੂਪ ਹੈਗਾ, ਸਤੂਪਾ ਆਫ ਸਾਂਚੀ ਦਾ ਸਤੂਪ ਆਪਾਂ ਕਹਿ ਦਿੰਦੇ ਆ, ਇਹ ਬੜਾ ਹੀ ਫੇਮਸ ਹੈ। ਇਹਦੇ ਬਾਰੇ ਵੀ ਇਹਨਾਂ ਨੇ ਗੱਲ ਲਿਖੀ ਸੀ। ਤੁਸੀਂ ਸਾਂਚੀ ਸਤੂਪਾ ਦੀ ਫੋਟੋ ਵੀ ਵੇਖ ਸਕਦੇ ਹੋ। ਤੇ ਇਸ ਤੋਂ ਬਾਅਦ ਇਹਨਾਂ ਨੇ ਕੁਝ ਗੁਫਾਵਾਂ ਵੀ ਬਣਾਈਆਂ ਗਈਆਂ ਸੀ ਇਹਨਾਂ ਦੁਆਰਾ। ਕੁਝ ਜਿਹੜੇ ਡਿਜ਼ਾਈਨਸ ਹੁੰਦੇ ਨੇ, ਪਰਬਤਾਂ ਜਿਹੜੀਆਂ ਪਹਾੜੀਆਂ ਹੁੰਦੀਆਂ ਨੇ, ਜਿਵੇਂ ਕਿ ਬਰਾਬਰ ਅਤੇ ਨਾਗਾਰਜੁਨੀ ਜਿਹੜੀ ਹੈਗੀ ਹੈ ਜੀ ਬਿਹਾਰ ਵਿੱਚ, ਉਹ ਬਣਵਾ ਕੇ ਇਹਨਾਂ ਨੇ ਜਿਹੜੇ ਰਿਲੀਜੀਅਸ ਮੌਂਕਸ ਹੁੰਦੇ ਨੇ, ਭਿਕਸ਼ੂ ਹੁੰਦੇ ਨੇ, ਉਹਨਾਂ ਨੂੰ ਇਹਨਾਂ ਨੇ ਦਾਨ ਕਰ ਦਿੱਤੀਆਂ ਸੀਗੀਆਂ। ਇਹਨਾਂ ਨੇ ਜਿਹੜੀਆਂ ਡਿਜ਼ਾਈਨ ਵਾਲੀਆਂ ਕੁਝ ਕੇਵ ਸੀਗੀਆਂ ਜੀ, ਜਿਵੇਂ ਕਿ ਬਰਾਬਰ ਐਂਡ ਨਾਗਾਰਜੁਨੀ, ਇਹਨਾਂ ਨੇ ਇਹ ਬਿਹਾਰ ਦੇ ਵਿੱਚ ਮਤਲਬ ਚੀਜ਼ਾਂ ਤੁਹਾਨੂੰ ਵੇਖਣ ਨੂੰ ਮਿਲਦੀਆਂ ਨੇ, ਇਹਨਾਂ ਨੇ ਡੋਨੇਟ ਕਰ ਦਿੱਤੀਆਂ ਸੀਗੀਆਂ ਮੌਂਕਸ ਨੂੰ, ਜਿਹੜੇ ਕਿ ਭਿਕਸ਼ੂ ਹੁੰਦੇ ਨੇ। ਬਰਾਬਰ ਕੇਵ ਤੁਸੀਂ ਵੇਖ ਸਕਦੇ ਹੋ। ਇਹਨਾਂ ਨੇ ਕੁਝ ਵੱਡੇ ਜਿਹੜੇ ਸਤੰਭ ਹੁੰਦੇ ਨੇ ਜੀ, ਜਿਹੜੇ ਪਿਲਰਸ ਹੁੰਦੇ ਨੇ, ਖੰਭੇ ਹੁੰਦੇ ਨੇ, ਇਹ ਵੀ ਇਹਨਾਂ ਦੁਆਰਾ ਬਣਾਏ ਗਏ ਸੀਗੇ। ਇੱਕ ਤੁਸੀਂ ਵੇਖ ਸਕਦੇ ਹੋ ਅਸ਼ੋਕਾ ਦਾ ਪਿਲਰ ਹੈਗਾ 34 ਫਿਟ ਉੱਚਾ, 34 ਫਿਟ ਇਹਦੀ ਉਚਾਈ ਹੈਗੀ ਆ। ਇਹ ਸੈਂਡ ਸਟੋਨ ਨਾਲ ਬਣਾਇਆ ਗਿਆ ਸੀਗਾ।
ਚੁਨਾਰ ਸੈਂਡਸਟੋਨ ਨਾਲ ਇਹਨੂੰ ਬਣਾਇਆ ਗਿਆ ਸੀ। ਇਸ ਪਿਲਰ ਤੇ ਇਹਨਾਂ ਨੇ ਬੜਾ ਹੀ ਵਧੀਆ ਤਰੀਕੇ ਨਾਲ ਪਾਲਿਸ਼ ਕੀਤਾ ਸੀਗਾ। ਕੁਝ ਤੁਸੀਂ ਜਾਨਵਰ ਵੀ ਵੇਖ ਸਕਦੇ ਹੋ। ਸੋ ਇਸ ਤਰ੍ਹਾਂ ਮਤਲਬ ਕਾਫੀ ਇਹਨਾਂ ਨੇ ਵਧੀਆ ਕੰਮ ਕੀਤਾ ਸੀਗਾ, ਜਿਵੇਂ ਕਿ ਇੱਥੇ ਕੋਈ ਜਾਨਵਰ ਹੋ ਗਿਆ, ਕੋਈ ਬੁੱਲ ਹੋ ਗਿਆ, ਕੋਈ ਐਲੀਫੈਂਟ ਹੋ ਗਿਆ, ਕੋਈ ਲਾਇਨ ਹੋ ਗਿਆ। ਸੋ ਇਹਦੇ ਉੱਤੇ ਇਹਨਾਂ ਦੀਆਂ ਜਿਹੜੀਆਂ ਸਕਲਪਚਰ ਹੁੰਦੀਆਂ ਨੇ, ਮੂਰਤੀਆਂ ਹੁੰਦੀਆਂ ਨੇ, ਉਹ ਬਣਾ ਦਿੱਤੀਆਂ ਜਾਂਦੀਆਂ ਸੀਗੀਆਂ। एक इस तरह का ही तुहानू जिहड़ा स्कल्पचर हैगा जी, जिहड़ी मूर्ति हैगी तुहानू वेखण नूं मिलदी है, जिवें कि 4 जिहड़े शेर ने ये तुहानू वेखण नूं मिलदे हैगे आ जी। जिवें कि आ तुसीं फोटो वेख रहे हो सारनाथ दे उत्ते, मतलब सारनाथ दे विच जिहड़ा इन्हां ने पिलर बनवाया सीगा, ਉਹਦੇ ਵਿੱਚ ਇਹਨਾਂ ਨੇ ਇੱਕ ਐਂਬਲਮ ਜਿਹੜਾ ਹੈਗਾ ਜੀ, ਜਿਵੇਂ ਕਿ ਤੁਸੀਂ ਵੇਖ ਸਕਦੇ ਹੋ 4 ਸ਼ੇਰ ਹੈਗੇ ਇੱਥੇ। ਇਹ ਅੱਜ ਦਾ ਆਪਣਾ ਨੈਸ਼ਨਲ ਐਂਬਲਮ ਵੀ ਹੈਗਾ। ਇਹ ਉਹਨਾਂ ਦੇ ਟਾਈਮ ਵਿੱਚ ਇਹਨਾਂ ਨੇ ਹੀ ਬਣਵਾਇਆ ਸੀ ਇਹ। ਐਂਡ ਅਸ਼ੋਕਾ ਦੇ ਜਿਹੜੇ ਐਡਿਕਟਸ ਹੁੰਦੇ ਨੇ, ਭਾਵ ਜਿਹੜੇ ਇਹ ਹੁਕਮ ਵਗੈਰਾ ਜਾਰੀ ਕਰਦੇ ਸੀਗੇ, ਇਹ ਜਿਹੜੇ ਪਿਲਰਸ ਹੁੰਦੇ ਨੇ ਉਹਨਾਂ ਤੇ ਹੀ ਲਿਖ ਦਿੱਤੇ ਜਾਂਦੇ ਸੀਗੇ। ਕੁਝ ਹੋਰ ਵੀ ਆਪਾਂ ਨੂੰ ਕੁਝ ਸਕਲਪਚਰ ਜਿਹੜੇ ਹੈਗੇ ਆ, ਮੂਰਤੀਆਂ ਹੈਗੀਆਂ ਨੇ ਯਕਸ਼ਾਸ ਐਂਡ ਯਕਸ਼ਨੀਜ਼ ਦੀਆਂ, ਇਹ ਵੀ ਆਪਾਂ ਨੂੰ ਕੁਝ ਜਿਨ੍ਹਾਂ ਨੂੰ ਇਹ ਗॉड ਮੰਨਦੇ ਹੁੰਦੇ ਸੀ, ਇਹ ਵੀ ਤੁਹਾਨੂੰ ਵੇਖਣ ਨੂੰ ਮਿਲਦੀਆਂ ਹੈਗੀਆਂ ਜੀ। ਯਕਸ਼ਾਸ ਐਂਡ ਯਕਸ਼ਨੀ, ਇੱਕ ਜਿਹੜੀ ਯਕਸ਼ੀ ਹੈਗੀ ਆ ਜਿਹਨੇ ਚੌਰੀ ਫੜੀ ਹੋਈ ਆ, ਜਿਹੜੀ ਕਿ ਤੁਹਾਨੂੰ ਦਦਾਰਗੰਜ ਦੇ ਵਿੱਚ ਪਟਨਾ ਦੇ ਨੇੜੇ ਤੁਹਾਨੂੰ ਵੇਖਣ ਨੂੰ ਮਿਲਦੀ ਹੈਗੀ ਆ। ਇਹ ਕਾਫੀ ਜ਼ਿਆਦਾ ਫੇਮਸ ਹੈਗੀ ਆ, ਇਹਦੇ ਬਾਰੇ ਵੀ ਕਾਫੀ ਗੱਲ ਕੀਤੀ ਹੋਈ ਆ। ਹੁਣ ਆਪਾਂ ਲਾਸਟ ਤੇ ਇਹ ਡਿਸਕਸ ਕਰਦੇ ਆ ਕਿ ਇਹ ਜਿਹੜਾ ਮੌਰਿਆ ਵੰਸ਼ ਸੀ, ਮੌਰਿਆ ਦਾ ਜਿਹੜਾ ਐਮਪਾਇਰ ਸੀ, ਸਾਮਰਾਜ ਸੀ, ਇਹ ਖਤਮ ਹੋਣਾ ਕਿਵੇਂ ਸ਼ੁਰੂ ਹੋ ਗਿਆ? ਜਦੋਂ ਅਸ਼ੋਕਾ ਦੀ ਡੈਥ ਹੋ ਗਈ। ਅਸ਼ੋਕਾ ਦੀ ਡੈਥ ਤੋਂ ਬਾਅਦ ਜਿਹੜਾ ਮੌਰਿਆਂ ਦਾ ਜਿਹੜਾ ਸਾਮਰਾਜ ਸੀਗਾ ਇਹ ਟੁੱਟਣਾ ਸ਼ੁਰੂ ਹੋ ਗਿਆ। ਇਹਦੇ ਕਈ ਸਾਰੇ ਕਾਰਨ ਹੈਗੇ ਆ। ਪਹਿਲੀ ਗੱਲ ਇਹ ਕਿ ਅਸ਼ੋਕਾ ਤੋਂ ਬਾਅਦ ਵਾਲੇ ਜਿਹੜੇ ਰਾਜਾ ਆਏ ਉਹ ਬੜੇ ਹੀ ਕਮਜ਼ੋਰ ਸੀ ਐਂਡ ਉਹ ਇਸ ਐਮਪਾਇਰ ਨੂੰ ਪ੍ਰੋਪਰਲੀ ਕੰਟਰੋਲ ਨਹੀਂ ਕਰ ਪਾਏ। ਕੰਟਰੋਲ ਜਿਹੜਾ ਸੀਗਾ ਉਹ ਇੰਨੇ ਤਰੀਕੇ ਨਾਲ ਨਹੀਂ ਕਰ ਪਾਏ। ਦੂਜਾ ਕਾਰਨ ਇਹ ਹੈਗਾ ਕਿ ਇਹਨਾਂ ਨੇ ਸੜਕਾਂ ਤੇ ਧਿਆਨ ਨਹੀਂ ਦਿੱਤਾ। ਸੜਕਾਂ ਤੇ ਧਿਆਨ ਨਾ ਦੇਣ ਨਾਲ ਇਹਨਾਂ ਦਾ ਜਿਹੜਾ ਟ੍ਰੇਡ ਹੈਗਾ, ਵਪਾਰ ਹੈਗਾ, ਜਾਂ ਫਿਰ ਦੂਸਰੇ ਥਾਵਾਂ ਤੇ ਇਹਨਾਂ ਦਾ ਜਿਹੜਾ ਕੰਟੈਕਟ ਹੈਗਾ ਉਹ ਨਹੀਂ ਬਣ ਸਕਿਆ। ਐਂਡ ਜਿਹੜੀ ਆਰਮੀ ਸੀਗੀ ਉਹਨਾਂ ਨੂੰ ਵੀ ਮੇਨਟੇਨ ਚੰਗੀ ਤਰ੍ਹਾਂ ਨਹੀਂ ਕੀਤਾ ਗਿਆ, ਕਿਉਂਕਿ ਜਿਹੜੀ ਵੀ ਇਹਨਾਂ ਵੱਲੋਂ ਰੈਵਨਿਊ ਵਗੈਰਾ ਜਨਰੇਟ ਕੀਤੀ ਜਾਂਦੀ ਸੀ ਉਹ ਇਹਨਾਂ ਕੋਲ ਚੰਗੀ ਤਰ੍ਹਾਂ ਪਹੁੰਚਦੀ ਹੀ ਨਹੀਂ ਸੀ। ਤੇ ਕੁਝ ਜਿਹੜੇ ਆਫੀਸਰ ਸੀਗੇ ਉਹ ਬੜੇ ਹੀ ਕਰਪਟ ਹੋ ਗਏ। ਕਰਪਟ ਤੋਂ ਭਾਵ ਇਹ ਹੈ ਕਿ ਉਹਨਾਂ ਦੇ ਵਿੱਚ ਬੇਈਮਾਨੀ ਆ ਗਈ, ਪੈਸੇ ਵਗੈਰਾ ਖਾਣ ਲੱਗ ਗਏ ਸੀ। ਤੋ ਜਿਹਦੇ ਕਰਕੇ ਇਹਨਾਂ ਦਾ ਜਿਹੜਾ ਸਿਸਟਮ ਸੀਗਾ ਜੀ ਉਹ ਕੋਲੈਪਸ ਹੋਣਾ ਸ਼ੁਰੂ ਹੋ ਗਿਆ, ਖਤਮ ਹੋਣਾ ਸ਼ੁਰੂ ਹੋ ਗਿਆ। ਤੇ 184 BC ਦੇ ਵਿੱਚ ਜਿਹੜਾ ਬ੍ਰਿਹਦਰਥ ਨਾਮ ਦਾ ਇੱਕ ਜਿਹੜਾ ਇਹਨਾਂ ਦਾ ਰਾਜਾ ਸੀਗਾ, ਇਹਨਾਂ ਦੇ ਵੰਸ਼ ਦਾ ਲਾਸਟ ਜਿਹੜਾ ਸੀਗਾ, ਇਹਨਾਂ ਦਾ ਕਤਲ ਕਰ ਦਿੱਤਾ ਗਿਆ ਸੀਗਾ ਪੁਸ਼ਯਾਮਿਤਰਾ ਸੁੰਗ ਦੁਆਰਾ। ਪੁਸ਼ਯਾਮਿਤਰਾ ਮਤਲਬ ਇਹਨਾਂ ਦਾ ਹੀ ਕੋਈ ਸੈਨਿਕ ਸੀਗਾ, ਕਮਾਂਡਰ ਸੀ। ਪੁਸ਼ਯਾਮਿਤਰਾ ਇਹਦਾ ਹੀ ਜਨਰਲ ਸੀ, ਇਹਦਾ ਹੀ ਜਨਰਲ ਸੀਗਾ। ਬ੍ਰਿਹਦਰਥ ਦਾ ਹੀ ਪੁਸ਼ਯਾਮਿਤਰਾ ਜਿਹੜਾ ਸੀ ਇਹ ਜਨਰਲ ਸੀ। ਹੁਣ ਆਪਾਂ ਗੱਲ ਕਰ ਲੈਂਦੇ ਆ ਸ਼ੁੰਗ ਜਿਹੜਾ ਵੰਸ਼ ਹੈਗਾ ਜੀ, ਇਹਦੀ ਵੀ ਆਪਾਂ ਗੱਲ ਕਰ ਲੈਂਦੇ ਆ। ਇਹਦਾ ਮਤਲਬ ਥੋੜਾ ਜਿਹਾ ਹੀ ਰਹਿ ਗਿਆ। ਹੁਣ ਸ਼ੁੰਗਾ ਦੇ ਬਾਰੇ ਵੀ ਆਪਾਂ ਖਤਮ ਕਰ ਲੈਂਦੇ ਆ। ਪੁਸ਼ਯਾਮਿਤਰਾ ਸ਼ੁੰਗਾ ਦੀ ਆਪਾਂ ਗੱਲ ਕਰ ਰਹੇ ਆ। ਇਹ ਕੌਣ ਸੀ? ਇਹ ਸੀ ਕਮਾਂਡਰ ਇਨ ਚੀਫ ਆਫ ਮੌਰੀਅਨ ਆਰਮੀ। ਮੌਰੀਅਨ ਆਰਮੀ ਦਾ ਇਹ ਕੀ ਸੀ? ਕਮਾਂਡਰ ਇਨ ਚੀਫ ਸੀ, ਜਿਹਨੇ ਕਿ ਬ੍ਰਿਹਦਰਥਾ ਨੂੰ ਮਾਰਿਆ ਸੀਗਾ ਤੇ ਖੁਦ ਰਾਜਾ ਬਣ ਗਿਆ ਸੀ 184 BC ਦੇ ਵਿੱਚ। ਐਂਡ ਇਹਦੇ ਵੰਸ਼ ਨੂੰ ਨਾਮ ਦਿੱਤਾ ਗਿਆ ਸੀਗਾ ਸ਼ੁੰਗ। ਕੀ ਨਾਮ ਦਿੱਤਾ ਗਿਆ ਸੀ? ਸ਼ੁੰਗ ਨਾਮ ਦਿੱਤਾ ਗਿਆ ਸੀਗਾ। ਪੁਸ਼ਯਾਮਿਤਰਾ ਕਾਫੀ ਜ਼ਿਆਦਾ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈਗਾ। ਇਹਨੇ ਕਾਫੀ ਸਾਰੀਆਂ ਜਿੱਤਾਂ ਵੀ ਹਾਸਲ ਕੀਤੀਆਂ ਸੀਗੀਆਂ। ਜਦੋਂ ਕਿ ਗ੍ਰੀਕ ਇਨਵੇਡਰ, ਭਾਵ ਗ੍ਰੀਕ ਤੋਂ ਜਿਹੜੇ ਹਮਲੇ ਹੋ ਰਹੇ ਸੀਗੇ, ਮੈਨੈਂਡਰ ਨਾਮ ਦੇ ਪਰਸਨ ਨੇ ਵੀ ਹਮਲੇ ਕੀਤੇ ਸੀਗੇ, ਮਤਲਬ ਉਹਨਾਂ ਦਾ ਇਹਨੇ ਮੂੰਹ ਤੋੜ ਜਵਾਬ ਦਿੱਤਾ ਸੀ। ਪੁਸ਼ਯਾਮਿਤਰਾ ਨੇ ਆਪਦੇ ਮੁੰਡੇ ਵਾਸੂਮਿਤਰਾ ਨੂੰ ਵੀ ਲੜਾਈ ਕਰਨ ਲਈ ਭੇਜਿਆ ਸੀਗਾ। ਕਿੱਥੇ ਭੇਜਿਆ ਸੀ? ਗ੍ਰੀਕ ਦੇ ਵਿੱਚ। ਵਾਸੂਮਿਤਰਾ ਨੇ ਜਿਹੜੇ ਵੀ ਹਮਲਾ ਕਰਨ ਆਉਂਦੇ ਸੀਗੇ ਉਹਨਾਂ ਨੂੰ ਹਰਾ ਦਿੱਤਾ ਸੀ। ਇਹਨਾਂ ਦੁਆਰਾ ਇੱਕ ਅਸ਼ਵਮੇਧ ਯੱਗ ਵੀ ਕੀਤਾ ਗਿਆ ਸੀਗਾ, ਜਿਹਨੂੰ ਆਪਾਂ ਹਾਰਸ ਸੈਕਰੀਫਾਈਸ ਕਹਿੰਦੇ ਆ। ਜਿਹਦੇ ਵਿੱਚ ਮੇਨਲੀ ਇਹ ਕਿਉਂ ਕੀਤਾ ਜਾਂਦਾ ਸੀ? ਅਸ਼ਵਮੇਧ ਯੱਗ ਤਾਂ ਕਰਕੇ ਕੀਤਾ ਜਾਂਦਾ ਸੀਗਾ ਕਿਉਂਕਿ ਆਪਦੀ ਇਹ ਸੁਪਰੀਮੈਸੀ ਨੂੰ ਵਿਖਾਉਣਾ ਚਾਹੁੰਦੇ ਸੀ, ਜਿਹਦੇ ਕਰਕੇ ਇਹ ਜਿਹੜਾ ਯੱਗ ਸੀਗਾ ਉਹ ਕੀਤਾ ਜਾਂਦਾ ਸੀਗਾ। ਇਸ ਟਾਈਮ ਦੇ ਵਿੱਚ ਹੀ ਭਰਹੁਤ ਨਾਮ ਦਾ ਇੱਕ ਜਿਹੜਾ ਸਤੂਪਾ ਸੀਗਾ ਜੀ ਮੱਧ ਪ੍ਰਦੇਸ਼ ਵਿੱਚ, ਉਹ ਬਣਾਇਆ ਗਿਆ ਸੀਗਾ। ਇਸ ਤੋਂ ਬਾਅਦ ਪੁਸ਼ਯਾਮਿਤਰਾ ਤੋਂ ਬਾਅਦ ਇਹਦਾ ਜਿਹੜਾ ਮੁੰਡਾ ਸੀ ਅਗਨੀਮਿਤਰਾ, ਉਹ ਰਾਜਾ ਬਣਿਆ। ਤੇ ਇਸ ਤੋਂ ਬਾਅਦ ਜਿਹੜਾ ਸ਼ੁੰਗ ਵੰਸ਼ ਸੀਗਾ, ਇਹਨਾਂ ਦੇ ਹੱਥੋਂ ਜਿਹੜੀ ਪਾਵਰ ਸੀਗੀ ਉਹ ਜਾਣ ਲੱਗ ਪਈ ਸੀ, ਕਿਉਂਕਿ ਹੋਰ ਵੀ ਕਾਫੀ ਸਾਰੇ ਜਿਹੜੇ ਫੋਰੇਨਰਸ ਹੈਗੇ ਨੇ, ਪਾਰਥੀਅਨਸ ਵਰਗੇ, ਕੁਸ਼ਾਨ ਵਰਗੇ, ਇਹ ਭਾਰਤ ਵਿੱਚ ਐਂਟਰ ਹੋਣਾ ਸ਼ੁਰੂ ਹੋ ਗਏ, ਜਿਹਦੇ ਕਰਕੇ ਇਹਨਾਂ ਦੇ ਹੱਥੋਂ ਜਿਹੜੀ ਕਮਾਨ ਹੈਗੀ ਆ ਪਾਵਰਸ ਦੀ ਉਹ ਨਿਕਲ ਗਈ ਸੀਗੀ। ਸੋ ਦੋਸਤੋ, ਆਪਣਾ ਛੋਟਾ ਜਿਹਾ ਚੈਪਟਰ ਸੀ। ਉਮੀਦ ਮੈਂ ਇਹੀ ਕਰੂੰਗਾ ਕਿ ਮੈਂ ਇਸ ਛੋਟੇ ਜਿਹੇ ਚੈਪਟਰ ਵਿੱਚ ਤੁਹਾਨੂੰ ਬਹੁਤ ਗੱਲਾਂ ਸਮਝਾਉਣ ਦੀ ਕੋਸ਼ਿਸ਼ ਕੀਤੀਆਂ। ਕਾਫੀ ਵਧੀਆ ਚੈਪਟਰ ਸੀਗਾ। ਇਹਦੇ ਵਿੱਚੋਂ ਕਾਫੀ ਜ਼ਿਆਦਾ ਪ੍ਰਸ਼ਨ ਵੀ ਤੁਹਾਨੂੰ ਵੇਖਣ ਨੂੰ ਮਿਲਦੇ ਨੇ, ਭਾਵੇਂ ਉਹ ਸੀਟੈਟ ਦਾ ਪੇਪਰ ਹੋਵੇ, ਭਾਵੇਂ ਉਹ ਪੀਐਸਟੈਟ ਦਾ ਪੇਪਰ ਹੋਵੇ। ਇਸ ਦੇ ਨਾਲ ਹੀ ਵੀਡੀਓ ਨੂੰ ਕਰਦੇ ਹਾਂ ਖਤਮ। ਥੈਂਕ ਯੂ ਸੋ ਮਚ ਫॉर ਵਾਚਿੰਗ। ਗॉड ब्लेस यू ऑल।